राधा स्वामी जी। जिस तरह बेटी हुण असी सारे बैठे हैं सत्संग दे विच, ते पिछले सत्संग दे विच एक बेनती कीती सी कि मन जिहड़ा आ ये हमेशा ही दुनियावी चीज़ां दे उत्ते ललचाउंदा रहिंदा है, उहदे ते ही इहदी लचित रहिंदी है। और इहदा सुभाਅ है कि हर एक जगह ते किते भी इहनूं मौका मिले ते इह अपने तरीके दे नाल ही सानूं चलाउण दी कोशिश करदा है। लेकिन सिख दा की नियम है, बाणी ने फरमाया कि सूरा सोई सूरमा जो नित उठ करे संग्राम, कि जिहड़ा एक सिख है वो सूरमे वांगू उहदा हर रोज़ ही अपने मन नाल संग्राम हुंदा है, मन नाल युद्ध हुंदा है। वो इहदे पिछे नहीं कि जिधर नूं मन खिंचे उधर नूं तुरिया जांदा है, कि हाँ अपने गुरु दे रस्ते नूं ध्यान दे नाल पकड़दा है और विच विच कोशिश करदा रहिंदा है, देखदा रहिंदा अपने आप नूं कि बई मैं किते उन्हां दे वचनां तों परे तां नहीं जा रिहा, कि उन्हां दे वचनां दे मुताबक मेरा जीवन जिहड़ा है बदल रिहा है। और अज संसार दे विच जे देखिए कि बहुत प्रचार है, चाहे नाम जरूर अलग अलग ने, कोई अलग अलग असीं नाम रख लए, पर सतगुरां ने फरमाया कि एक नूर ते सब जग उपजिया, कौन भले को मंदे, सारे ही असीं इक्को ही उहदे मालक दे सब बच्चे हैं, सारे असीं उहदी ही संतान आ। लेकिन फिर भी इक्को मालक दे बच्चे हो के किस तरह हो सकता है कि कोई बहुत सुखी या कोई बहुत दुखी होवे। जिस तरह माता पिता ਦਾ ਜੋ ਇੱਕ ਕਰਮ ਹੈ ਉਹ ਠੀਕ ਹੈ, ਧੀਆਂ ਪੁੱਤਰਾਂ ਨੂੰ ਜਨਮ ਦਿੰਦੇ ਨੇ, ਪਰ ਉਹ ਜਿਸ ਤਰ੍ਹਾਂ ਦਾ ਕਰਮ ਕਰਦੇ ਨੇ, ਜੋ ਉਹਨਾਂ ਦਾ ਕਰਮ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਹੀ ਉਹਨਾਂ ਦਾ ਅਗਲਾ ਜੀਵਨ ਹੁੰਦਾ ਹੈ। ਇਸ ਲਈ ਉਸ ਚੀਜ਼ ਨੂੰ ਅੱਛੀ ਤਰ੍ਹਾਂ ਸਮਝਣਾ ਹੈ, ਜਾਣਨਾ ਹੈ, ਤੇ ਫਿਰ ਹੀ ਅਸੀਂ ਕੁਝ ਉਸ ਰਸਤੇ ਤੇ ਕੁਝ ਪਾ ਸਕਦੇ ਹਾਂ। ਅੱਜ ਅਸੀਂ ਦੇਖੀਏ ਕਿ ਹਰ ਜਗ੍ਹਾ ਸਾਨੂੰ ਸਤਿਗੁਰਾਂ ਦੇ ਵਚਨ ਮਿਲ ਰਹੇ ਨੇ, ਕਿਤੇ ਵੀ ਅਸੀਂ ਚਲੇ ਜਾਈਏ, ਹਰ ਦੇਸ਼ ਦੇ ਵਿੱਚ ਕੋਈ ਨਾ ਕੋਈ ਆਚਾਰਿਆ ਜਿਹੜੇ ਨੇ ਸਾਨੂੰ ਕੋਈ ਨਾ ਕੋਈ ਕਥਾ ਸਤਸੰਗ, ਕੋਈ ਬਾਣੀ, ਕੋਈ ਕੀਰਤਨ ਸਾਨੂੰ ਮਿਲ ਰਿਹਾ ਹੈ। ਇੱਥੇ ਵੀ ਅਸੀਂ ਦੇਖਦੇ ਹਾਂ, ਚਾਹੇ ਅਸੀਂ ਕਹਿ ਦਿੰਦੇ ਅਸੀਂ ਵਿਦੇਸ਼ 'ਚ ਬੈਠੇ ਹਾਂ, ਪਰ ਜਿਨ੍ਹਾਂ ਨੇ ਚੱਲਣਾ ਹੈ ਉਸ ਰਸਤੇ ਤੇ, ਉਹ ਚਾਹੇ ਕਿਤੇ ਵੀ ਹੋਵੇ ਉਹ ਚੱਲ ਹੀ ਪੈਂਦੇ ਨੇ। ਜਿਸ ਨੇ ਨਹੀਂ ਚੱਲਣਾ ਉਹਦੇ ਵਾਸਤੇ 100 ਬਹਾਨੇ ਨੇ। ਚਾਹੇ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤੇ ਉੱਥੇ ਵੀ ਕੀ ਹੁੰਦਾ ਹੈ ਕਿ ਉੱਥੇ ਕਿਸੇ ਚੀਜ਼ ਦੀ ਕੋਈ ਕਮੀ, ਪਰ ਜਿਨ੍ਹਾਂ ਨੇ ਨਹੀਂ ਚੱਲਣਾ ਜਾਂ ਜੋ ਉਸ ਰਸਤੇ ਨਹੀਂ ਮਨ ਉਧਰ ਆਉਂਦਾ ਤੇ ਉੱਥੇ ਵੀ ਨਹੀਂ ਆਉਂਦਾ। ਜਿਨ੍ਹਾਂ ਦਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਦਇਆ ਵਾਲਾ ਹੱਥ ਉਹਦੇ ਨਾਲ ਆ ਜਾਂਦਾ ਹੈ, ਉਹ ਚਾਹੇ ਕਿਤੇ ਵੀ ਹੋਣ। ਇੱਥੇ ਵੀ ਮੈਂ ਬਹੁਤ ਵਧੀਆ ਕਈਆਂ ਦੀ ਰੂਟੀਨ ਦੇਖੀ ਕਿ ਬਹੁਤ ਲੋਕ ਜਿਹੜੇ ਨੇ ਉਹਨੂੰ ਫੋਲੋ ਕਰਦੇ ਨੇ, ਪਰ ਜਿਸ ਤਰ੍ਹਾਂ ਦੱਸਿਆ ਹੈ ਕਿ ਸਿਰਫ ਇਹ ਇੰਨਾ ਕੰਮ ਨਹੀਂ ਹੈ ਕਿ ਸਵੇਰੇ ਉੱਠ ਕੇ ਅਸੀਂ ਮੰਦਰ ਗੁਰਦੁਆਰੇ ਜਾਂ ਕਿਤੇ ਜਾ ਕੇ ਸਿਰ ਝੁਕਾ ਦਿੱਤਾ, ਮੱਥਾ ਟੇਕ ਦਿੱਤਾ ਤੇ ਹੁਣ ਸਾਡਾ ਸਾਰੇ ਦਿਨ ਦਾ ਕੰਮ ਹੋ ਗਿਆ ਹੈ ਤੇ ਬਈ ਹੁਣ ਕੋਈ ਗੱਲ ਨਹੀਂ। ਅਸੀਂ ਉਹ ਜਿਹੜੇ ਵਚਨ ਸੁਣੇ ਆ ਉੱਥੇ, ਜੋ ਬਾਣੀ ਅਸੀਂ ਸਰਵਣ ਕਰਦੇ ਹਾਂ, ਜੋ ਅਸੀਂ ਵਚਨ ਉਹਨਾਂ ਦੇ ਸੁਣਦੇ ਹਾਂ, ਸਾਰਾ ਦਿਨ ਉਸਨੂੰ ਕਮਾਉਣਾ ਹੁੰਦਾ ਹੈ। ਜਦੋਂ ਤੱਕ ਅਸੀਂ ਉਹਨਾਂ ਦੀ ਕਮਾਈ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਬਣਦੀ। ਕਿਸੇ ਵੀ ਰਸਤੇ ਦੇ ਉੱਤੇ ਅਸੀਂ ਆਪਣੇ ਤੇ ਸਤਿਗੁਰਾਂ ਕੋਲੋਂ ਨਾਮ ਲੈ ਲੈਂਦੇ ਹਾਂ, ਕਹਿ ਦਿੰਦੇ ਹਾਂ ਕਿ ਸਾਨੂੰ ਨਾਮ ਦਿਓ ਜੀ, ਨਾਮ ਲੈ ਕੇ ਬਾਅਦ ਦੇ ਵਿੱਚ ਅਸੀਂ ਕੋਈ ਮਿਹਨਤ ਨਹੀਂ ਕਰਦੇ, ਉਹਨਾਂ ਦੇ ਵਚਨਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਨਹੀਂ ਢਾਲਦੇ, ਤੇ ਫਿਰ ਉਸੇ ਤਰ੍ਹਾਂ ਹੀ ਬਣਦਾ ਹੈ ਜਿਸ ਤਰ੍ਹਾਂ ਇੱਕ ਸੰਸਾਰੀ ਤੌਰ ਤੇ ਇੱਕ ਮਰੀਜ਼ ਜਿਹੜਾ ਡਾਕਟਰ ਕੋਲੋਂ ਦਵਾਈ ਤਾਂ ਲੈ ਲੈਂਦਾ ਹੈ, ਸਾਰਾ ਕੁਝ ਪੁੱਛ ਵੀ ਲੈਂਦਾ ਹੈ, ਲੇਕਿਨ ਕਰਦਾ ਕੁਛ ਨਾ, ਦਵਾਈ ਖਾਂਦਾ ਹੈ ਨਾ ਪਰਹੇਜ਼ ਕਰਦਾ ਹੈ, ਔਰ ਕਿਤੇ ਨਾ ਕਿਤੇ ਜਾ ਕੇ ਫਿਰ ਸੋਚਦਾ ਹੈ ਕਿ ਹੁਣ ਡਾਕਟਰ ਬਦਲ ਕੇ ਦੇਖੀਏ। ਉਹ ਡਾਕਟਰ ਨੂੰ ਦੋਸ਼ ਦਿੰਦਾ ਰਹਿੰਦਾ ਹੈ ਔਰ ਕਦੀ ਵੀ ਉਸ ਚੀਜ਼ ਦੇ ਉੱਤੇ ਆਪਣੇ ਵੱਲ ਨਜ਼ਰ ਨਹੀਂ ਮਾਰਦਾ। ਇਸੇ ਤਰ੍ਹਾਂ ਕਦੀ ਨਹੀਂ ਹੋ ਸਕਦਾ। ਬਾਣੀ 'ਚ ਸਤਿਗੁਰਾਂ ਨੇ ਫਰਮਾਇਆ ਹੈ ਕਿ ਗੁਰੂ ਕਾ ਸੇਵਕ ਦਹਿ ਦਿਸ ਜਾਪੇ, ਗੁਰੂ ਕੇ ਸਿੱਖ ਕੋ ਦੁੱਖ ਨਾ ਵਿਆਪੇ। ਲੇਕਿਨ ਜਦੋਂ ਅਸੀਂ ਆਪਣੇ ਜੀਵਨ ਵੱਲ ਅਸੀਂ ਹਰ ਝਾਤੀ ਮਾਰਦੇ, ਕਿਤੇ ਨਾ ਕਿਤੇ ਲੱਗਦਾ ਹੈ ਕਿ ਨਹੀਂ ਦੁੱਖ ਤਾਂ ਹੈਗੇ ਨੇ। ਠੀਕ ਹੈ, ਦੁੱਖ ਸੁੱਖ ਇਹਦੀ ਇਹ ਧਰਤੀ ਹੈ। ਸਰ स्वामी जी ने फरमाया कि तजो मन ये दुख सुख का धाम, दुखा सुखा की धरती है। लेकिन सिख किस तरह दुखों तो उठता, ये नहीं कि उन्होंने कोई किसी तरह की कोई मुश्किल नहीं आती,
ਜਾਂ ਉਹਨੂੰ ਕੋਈ ਰੋਗ ਨਹੀਂ ਹੁੰਦਾ, ਲੇਕਿਨ ਉਹਦੇ ਅੰਦਰ ਇੱਕ ਐਸੀ ਸ਼ਕਤੀ ਹੁੰਦੀ ਹੈ ਜਿਹਦੇ ਨਾਲ ਉਹ ਹਰ ਚੀਜ਼ ਚੋਂ ਨਿਕਲਣ ਦਾ ਰਸਤਾ ਲੱਭ ਹੀ ਲੈਂਦਾ ਹੈ। ਇਸ ਲਈ ਸਤਿਗੁਰਾਂ ਦੇ ਜੋ ਬਚਨ ਨੇ ਉਹ ਅਸੀਂ ਬਹੁਤ ਵਾਰ ਸੁਣੇ ਨੇ, ਤੇ ਪਿਛਲੇ ਸੈਸ਼ਨ 'ਚ ਮੈਂ ਬੇਨਤੀ ਕੀਤੀ ਸੀ ਕਿ ਸਾਨੂੰ ਲੋੜ ਹੈਗੀ ਹੈ ਇਸ ਵੇਲੇ ਉਹਨਾਂ ਦੇ ਉੱਤੇ ਥੋੜੀ ਨਜ਼ਰ ਮਾਰਨ ਦੀ। ਠੀਕ ਹੈ, ਕਈ ਵਾਰ ਹੁੰਦਾ ਇਸ ਤਰ੍ਹਾਂ, ਮੈਨੂੰ ਯਾਦ ਇੱਕ ਵਾਰੀ ਫਰੀਦਾਬਾਦ ਦੇ ਵਿੱਚ ਸਤਸੰਗ ਸੀ, ਤੇ ਉੱਥੇ ਕੋਈ ਪਾਠੀ ਨਹੀਂ ਸੀ ਨਾਲ, ਨਾ ਕੋਈ ਪੋਥੀ ਜਾਂ ਕੋਈ ਕਿਸੇ ਤਰ੍ਹਾਂ ਦੀ ਗ੍ਰੰਥ ਨਹੀਂ ਸੀ। ਤਾਂ ਵੈਸੇ ਹੀ ਅਸੀਂ ਕਾਫੀ ਦੇਰ ਚਰਚਾ ਹੁੰਦੀ ਰਹੀ ਉਸ ਚੀਜ਼ ਦੀ, ਔਰ ਕੁਛ ਬੱਚਿਆਂ ਦੇ ਮਨ ਦੇ ਵਿੱਚ ਸੀ ਕਿ ਨਹੀਂ ਅੱਜ ਤਾਂ ਬਈ ਸਤਸੰਗ ਨਹੀਂ ਹੋਇਆ, ਕਿ ਕੋਈ ਬਾਣੀ ਦਾ ਪਾਠ ਨਹੀਂ ਹੋਇਆ, ਕੁਛ ਨਹੀਂ ਕੀਤਾ, ਤੇ ਇਹ ਸਤਸੰਗ ਨਹੀਂ। ਫਿਰ ਉਹਨਾਂ ਨਾਲ ਗੱਲਬਾਤ ਹੋਈ, ਉਹਨੂੰ ਦੱਸਿਆ ਕਿ ਬੇਟੇ ਅਸੀਂ ਕਿੰਨੇ ਸਤਸੰਗ ਸੁਣੇ ਨੇ, ਕਿੰਨੀ ਵਾਰ ਅਸੀਂ ਕੀਰਤਨ ਸੁਣਿਆ, ਕਿੰਨੀ ਵਾਰ ਅਸੀਂ ਵਚਨ ਪੜ੍ਹੇ ਨੇ, ਕਿੰਨੀ ਵਾਰ ਪਾਠ ਕੀਤੇ ਨੇ। ਕਮੀ ਉਹਦੇ ਵਿੱਚ ਨਹੀਂ ਹੈ, ਕਮੀ ਹੁਣ ਸਾਡੇ ਸਮਝਣ ਦੇ ਵਿੱਚ, ਸਾਡੇ ਮੰਨਣ ਦੇ ਵਿੱਚ ਕਿ ਅਸੀਂ ਕਿੰਨਾ ਕੁ ਉਸ ਚੀਜ਼ ਨੂੰ ਮੰਨ ਰਹੇ ਹਾਂ, ਕਿੰਨੀ ਕੁ ਸਾਨੂੰ ਸਮਝ ਲੱਗ ਰਹੀ ਹੈ। ਹੁਣ ਇੱਕ ਬੰਦਾ ਹੈ, ਉਹ ਠੀਕ ਹੈ, ਉਹ ਜਿਹੜੀਆਂ ਤਰੰਗਾਂ ਸਾਨੂੰ ਛੂੰਹਦੀਆਂ ਨੇ ਜ਼ਰੂਰ, ਜਿਸ ਵੀ ਅਸੀਂ ਵਾਤਾਵਰਨ 'ਚ ਜਾਂਦੇ ਹਾਂ, ਅਸੀਂ ਕੁਛ ਵੀ ਨਾ ਬੋਲੀਏ, ਕੁਛ ਵੀ ਨਾ ਕਰੀਏ, ਉਹ ਜਿਹੜੀਆਂ ਵਾਈਬ੍ਰੇਸ਼ਨ ਸਾਡੇ ਤੱਕ ਪਹੁੰਚਦੀ ਹੈ, ਉਹ ਠੀਕ ਹੈ, ਉਹ ਹੁੰਦਾ ਹੈ ਜ਼ਰੂਰ। ਲੇਕਿਨ ਅਸੀਂ ਸਾਰਾ ਦਿਨ ਉਨੀ ਜਗ੍ਹਾ ਤੇ ਨਹੀਂ ਰਹਿ ਸਕਦੇ, ਅਸੀਂ ਨਿਕਲਣਾ ਹੈ, ਆਪਣੇ ਕੰਮਕਾਰ ਕਰਨੇ ਨੇ, ਆਪਣੇ ਘਰ-ਬਾਰ, ਆਫਿਸ, ਹਰ ਜਗ੍ਹਾ ਜਾਣਾ ਹੈ, ਤੇ ਉੱਥੇ ਸਾਨੂੰ ਕਿਹੜੀ ਚੀਜ਼ ਫਿਰ ਚਾਹੀਦੀ ਹੈ, ਸਾਡੇ ਅੰਦਰ ਉਹ ਚੀਜ਼ ਸ਼ਕਤੀ ਚਾਹੀਦੀ ਹੈ। ਤੇ ਸਤਿਗੁਰਾਂ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕਦੀ ਵੀ ਕੋਈ ਸਤਿਗੁਰ ਸਾਨੂੰ ਕੋਈ ਮਾੜਾ ਰਸਤਾ ਨਹੀਂ ਦਿਖਾਉਂਦੇ, ਬੜੀ ਵਧੀਆ ਗੱਲ ਕਰਦੇ ਨੇ ਹਰ, ਪਰ ਕਈ ਵਾਰ ਆਪਣੇ ਵਿਚਾਰਾਂ ਕਰਕੇ ਅਸੀਂ ਸੋਚ ਲੈਂਦੇ ਹਾਂ ਕਿ ਇਹ ਰਸਤਾ ਤਾਂ ਜਿਹੜਾ ਹੈ ਜੀ, ਬਸ ਸਿਰਫ ਇੱਕੋ ਹੀ ਗੱਲ ਹੁੰਦੀ ਹੈ ਸਤਸੰਗ ਦੇ ਵਿੱਚ ਹਮੇਸ਼ਾ ਜੀ, ਗੁਰੂ ਦਾ ਵਚਨ ਮੰਨੋ, ਭਗਤੀ ਕਰੋ, ਆ ਜਿਹੜੀਆਂ ਝੂਠ ਫਰੇਵੇ ਛੱਡੋ, ਬਸ ਇਹੋ ਹੀ ਗੱਲਾਂ ਘੁਮਾ ਫਰਾ ਕੇ ਹੁੰਦੀਆਂ ਨੇ। ਕਈ ਵਾਰੀ ਮਨ ਜਿਹੜਾ ਆ, ਫਿਰ ਉਹ ਜਿਹੜੀ ਚੀਜ਼ ਅਸੀਂ ਰੋਜ਼-ਰੋਜ਼ ਅਸੀਂ ਸੁਣਦੇ ਕਰਦੇ ਹਾਂ, ਫਿਰ ਮਨ ਨੂੰ ਉਹਦੇ ਵਿੱਚ ਲੱਜਤ ਨਹੀਂ ਆਉਂਦੀ, ਮਨ ਕਹਿੰਦਾ ਹੈ ਕਿ ਨਹੀਂ ਉਹੀ ਗੱਲ ਹੋ ਰਹੀ ਹੈ। ਪਰ ਸਤਿਗੁਰਾਂ ਨੇ ਫਰਮਾਉਣਾ ਕਿ ਸਤਸੰਗ ਸੋਈ ਜਾਣੀਏ ਜਿੱਥੇ ਇੱਕੋ ਨਾਮ ਵਖਾਣੀ। ਸਤਸੰਗ ਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਮਨ ਦੇ ਮੁਤਾਬਕ ਅਲੱਗ-ਅਲੱਗ ਸਾਨੂੰ ਚੀਜ਼ਾਂ ਪੇਸ਼ ਕੀਤੀਆਂ, ਉਹਨਾਂ ਨੇ ਜੋ ਸੱਚਾਈ ਹੈ ਉਹ ਚੀਜ਼ ਦੱਸਣੀ ਹੈ, ਉਹ ਚੀਜ਼ ਦੇ ਉੱਤੇ ਸਾਨੂੰ ਲਿਆਉਣ ਵਾਸਤੇ ਯਤਨ ਕਰਨਾ ਹੈ। ਅਲੱਗ-ਅਲੱਗ ਤਰੀਕੇ ਹੋ ਸਕਦੇ ਨੇ, ਅਲੱਗ-ਅਲੱਗ ਯਤਨ ਹੋ ਸਕਦੇ ਨੇ, ਪਰ ਗੱਲ ਉਹੀ ਰਹਿਣੀ ਹੈ ਵਿੱਚ ਉਹਦੇ। ਔਰ ਜਦੋਂ ਵੀ ਸਾਨੂੰ ਸਮਝ ਆ ਗਈ ਉਸ ਗੱਲ ਦੀ, ਉਸ ਤੋਂ ਉਸੇ ਵੇਲੇ ਹੀ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਜਦੋਂ ਵੀ ਮੌਕਾ ਮਿਲੇ, ਅਸੀਂ ਅੱਜ ਘਰਾਂ ਦੇ ਵਿੱਚ ਬੈਠ ਕੇ ਵੀ ਸਤਸੰਗ ਸੁਣ ਲੈਂਦੇ ਹਾਂ, ਅਸੀਂ ਵਿਦੇਸ਼ਾਂ 'ਚ ਬੈਠੇ ਜਿੱਥੇ ਮਰਜ਼ੀ ਸਾਨੂੰ ਉਹ ਚੀਜ਼ ਮਿਲ ਰਹੀ ਹੈ। ਸਤਿਗੁਰਾਂ ਦਾ ਨਾਮ ਜਪਣਾ ਜਿੱਥੇ ਮਰਜ਼ੀ ਅਸੀਂ ਕਰ ਸਕਦੇ ਹਾਂ, ਕੋਈ ਗੱਲ ਨਹੀਂ ਹੈਗੀ। ਲੇਕਿਨ ਕੱਲਾ ਸਿਰਫ ਇੱਥੋਂ ਤੱਕ ਨਹੀਂ, ਤੋਤਾ ਰਟਨ ਨਹੀਂ ਕੱਲੀ ਕਰਨੀ ਕਿ ਸਿਰਫ ਉਹ ਚੀਜ਼ ਨੂੰ ਰੱਟੀ ਜਾਈਏ ਤੇ ਅਸੀਂ ਸੋਚੀਏ ਕਿ ਨਹੀਂ ਜੀ ਸਾਡਾ ਤਾਂ ਕੰਮ ਹੋ ਗਿਆ। ਇੱਕ ਵਾਰ ਇਸੇ ਤਰ੍ਹਾਂ ਹੀ ਕੋਈ ਮਹਾਤਮਾ ਸੀ, ਕਿਸੇ ਸਿੱਖ ਦੇ ਗ੍ਰਹਿ ਤੇ ਗਏ, ਉਹਨਾਂ ਨੇ ਬੜੀ ਸੇਵਾ ਕੀਤੀ, ਆਮ ਪਰਿਵਾਰ ਸੀ, ਤੇ ਉਹ ਮਹਾਤਮਾ ਪੁੱਛਣ ਲੱਗੇ ਉਹਨਾਂ ਗੁਰੂ ਕਿ ਬੇਟੇ ਦੱਸੋ ਕੋਈ ਚੀਜ਼ ਚਾਹੀਦੀ, ਕੋਈ ਦੁੱਖ ਸੁੱਖ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਬੇਨਤੀ ਕਰਨੀ ਹੈ ਤਾਂ ਦੱਸੋ। ਉਹ ਕਹਿਣ ਲੱਗੇ ਕਿ ਮਹਾਰਾਜ ਬਾਕੀ ਤੇ ਠੀਕ ਹੈ, ਬਸ ਜਗ੍ਹਾ ਥੋੜ੍ਹੀ ਹੈ ਮੇਰੀ, ਤੇ ਕੰਮਕਾਰ ਜਿਸ ਤਰ੍ਹਾਂ ਕਰਕੇ ਚੱਲ ਰਿਹਾ ਗੁਜ਼ਾਰਾ, ਵੈਸੇ ਬਾਕੀ ਤੁਹਾਡੀ ਕਿਰਪਾ ਦੇ ਨਾਲ ਚੱਲਦਾ ਰਿਹਾ ਏ, ਜੇ ਦਇਆ ਕਰੋ, ਕਿਰਪਾ ਕਰੋ, ਥੋੜਾ ਜਿਹਾ ਹੋਰ ਕਾਰੋਬਾਰ ਵਧੀਆ ਹੋ ਜਾਵੇ, ਤੇ ਬਈ ਹੋਰ ਸਾਧੂ ਸੰਤਾਂ ਦੀ ਸੇਵਾ ਹੋਈ, ਸਭ ਕੁਛ ਹੋਵੇਗਾ। ਉਹ ਕਹਿਣ ਲੱਗੇ ਕਿ ਬੇਟੇ ਸੇਵਾ ਤਾਂ ਵੈਸੇ ਵੀ ਸਭ ਕੁਝ ਸੇਵਾ ਤੇ ਮਨ ਨਾਲ, ਭਾਵਨਾ ਨਾਲ ਹੁੰਦੀ ਏ, ਬਾਕੀ ਠੀਕ ਏ, ਕੋਈ ਐਸੀ ਗੱਲ ਨਹੀਂ, ਜੋ ਅਸੀਂ ਸੋਚਦੇ ਹਾਂ ਸਤਿਗੁਰ ਸਾਨੂੰ ਬਖਸ਼ਿਸ਼ ਕਰਦੇ ਨੇ। ਤੇ ਪਰ ਫਿਰ ਵੀ ਜਿਸ ਤਰ੍ਹਾਂ ਉਹਦੇ ਮਨ ਦਾ ਖਿਆਲ ਪੜ ਕੇ ਉਹ ਕਹਿਣ ਲੱਗੇ ਕਿ ਬਈ ਕਿਸ ਤਰ੍ਹਾਂ ਆਪਣਾ ਸਾਰਾ ਜਿਹੜਾ ਤੁਸੀਂ ਕਾਰੋਬਾਰ 'ਚ ਅੱਜ ਜੋ ਵੀ ਆਪਾਂ ਕਰਦੇ ਹਾਂ, ਘਰ ਕਿੱਦਾਂ ਚਲਾਉਂਦੇ ਹਾਂ। ਉਹਨੇ ਦੱਸਿਆ ਕਿ ਮੇਰੇ ਕੋਲ ਥੋੜ੍ਹੀ ਜਿਹੀ ਜ਼ਮੀਨ ਹੈ, 2-4 ਕਿੱਲੇ ਜਾਂ 1-2 ਕਿੱਲੇ ਹੈਗੇ ਨੇ, ਉਹਦੇ ਤੋਂ ਵਾਹੀ ਜੋਤੀ ਕਰਕੇ ਤੇ ਮੈਂ ਸਾਰਾ ਕੰਮ ਕਰਦਾ ਆਪਣਾ। ਤੇ ਕਹਿਣ ਲੱਗੇ ਕਿ ਬੇਟੇ ਚਲੋ ਕੋਈ ਗੱਲ ਨਹੀਂ, ਜੇ ਤੁਹਾਡੇ ਮਨ ਦਾ ਖਿਆਲ ਏ, ਜੇ ਤੁਸੀਂ ਹੋਰ ਚਾਹੁੰਦੇ ਹੋ ਤੇ ਫਿਰ ਇਸ ਤਰ੍ਹਾਂ ਕਰੋ ਕਿ ਇਸ ਤਰ੍ਹਾਂ ਕੋਈ ਜਗ੍ਹਾ ਦਾ ਨਾਮ ਦੱਸ ਦਿੱਤਾ ਕਿ ਉੱਥੇ ਜਗ੍ਹਾ ਬਹੁਤ ਸਸਤੀ ਮਿਲ ਜਾਂਦੀ ਹੈ, ਤੇ ਤੁਸੀਂ ਉੱਥੇ ਚਲੇ ਜਾਓ ਤੇ ਤੁਹਾਨੂੰ ਆਰਾਮ ਦੇ ਨਾਲ ਹੀ ਉੱਥੇ ਜਿਹੜੀ ਆ ਜਿਹੜੀ ਜ਼ਿਆਦਾ ਜਗ੍ਹਾ ਮਿਲ ਜਾਏਗੀ। ਨਾਲ ਸਤਸੰਗ ਦੇ ਵਿੱਚ ਜੋ ਵਚਨ ਸਾਰੇ ਆਏ
ਉਹ ਤਾਂ ਸਭ ਸੁਣੇ ਹੀ ਸੀ। ਲੇਕਿਨ ਉਹ ਜਿਹੜੀਆਂ ਚੀਜ਼ਾਂ ਨੂੰ ਭੁੱਲ ਕੇ ਸਿਰਫ ਉਹ ਵਚਨ ਫੜ ਲਿਆ ਕਿ ਜਗ੍ਹਾ ਉੱਥੇ ਸਸਤੀ ਮਿਲਦੀ ਏ, ਉੱਥੇ ਚਲੇ ਜਾਈਏ ਤੇ ਉੱਥੇ ਜਾ ਕੇ ਜਿਹੜੀ ਆ ਉਹ ਜਗ੍ਹਾ ਅਸੀਂ, ਕਿਉਂਕਿ ਮਨ ਜਿਸ ਚੀਜ਼ ਨੂੰ ਚਾਹੁੰਦਾ ਹੈ ਨਾ, ਇਹ ਉਹਨੂੰ ਯਾਦ ਰੱਖਦਾ ਹੈ ਬਸ। ਅਸੀਂ ਕਈ ਸਾਸੰਗ ਸੁਣੇ ਆ, ਕਈ ਵਾਰ ਸੁਣਿਆ, ਜਦੋਂ ਅਸੀਂ ਝਾਤੀ ਮਾਰਦੇ ਆ ਨਾ ਕਿ ਪਿਛਲੇ ਚ ਕੀ ਵਚਨ ਆਏ ਸੀ, ਕਿਹੜਾ ਕੋ ਬਾਣੀ, ਕਿਹੜੇ ਵਚਨ ਸਾਨੂੰ ਨਹੀਂ ਯਾਦ ਰਹਿੰਦੇ। ਲੇਕਿਨ ਜੋ ਕੋਈ ਆਪਣੇ ਮਤਲਬ ਦੀ ਗੱਲ ਹੋਵੇ, ਉਹ ਹਮੇਸ਼ਾ ਯਾਦ ਹੁੰਦੀ ਹੈ ਕਿ ਉੱਥੇ ਆਹ ਜਿਹੜੀ ਗੱਲ ਕੀ ਗਈ ਸੀ, ਠੀਕ ਹੈ ਨਾ। ਤੇ ਉਹ ਜਿਹੜੇ ਸੀ ਸਿੱਖ ਜਿਹੜੇ ਸੀ ਉੱਥੇ ਚਲੇ ਗਏ, ਉਸ ਜਗ੍ਹਾ ਤੇ ਜਾ ਕੇ ਪਤਾ ਚੱਲਿਆ ਕਿ ਬਈ ਕਿਸ ਤਰੀਕੇ ਨਾਲ ਜ਼ਮੀਨ ਮਿਲੇਗੀ। ਉਹ ਕਹਿਣ ਲੱਗੇ ਕਿ ਬਸ ਆਹ ਇਹਦੀ ਕੁਝ ਫੀਸ ਹੈ ਜਾਂ ਇੰਨੀ ਅਦਾ ਕਰੋ, ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਤੁਸੀਂ ਜਿੰਨੀ ਜਗ੍ਹਾ ਦੇ ਉੱਤੇ ਫਿਰ ਕੇ ਆ ਜਾਓਗੇ, ਉਹ ਜਗ੍ਹਾ ਤੁਹਾਡੀ ਹੋ ਜਾਏਗੀ। ਬੜਾ ਖੁਸ਼ ਹੋਇਆ, ਕਹਿਣ ਲੱਗਾ ਕਿ ਕਿਆ ਬਾਤ ਹੈ। ਕਹਿੰਦਾ ਇਹ ਤਾਂ ਕੋਈ ਗੱਲ ਨਹੀਂ। ਉਹਨੇ ਆਪਣੀ ਪੁਰਾਣੀ ਜ਼ਮੀਨ ਵੇਚੀ, ਵੇਚ ਕੇ ਤੇ ਉੱਥੇ ਫੀਸ ਜਿਹੜੀ ਸੀ ਉਹਨਾਂ ਦੀ, ਜੋ ਵੀ ਉੱਥੇ ਉਹਨਾਂ ਦੀ ਹੈਗੀ ਉਹ ਕਰ ਦਿੱਤੀ ਅਦਾ, ਤੇ ਕਰਕੇ ਤੇ ਦਿਨ ਮਿਥ ਲਿਆ ਗਿਆ ਕਿ ਫਲਾਣੇ ਦਿਨ ਆਪਾਂ ਇਹ ਕੰਮ ਕਰਾਂਗੇ। ਸੂਰਜ ਚੜ੍ਹਿਆ ਤਾਂ ਉਸ ਬੰਦੇ ਨੇ ਚੱਲਣਾ ਸ਼ੁਰੂ ਕਰ ਦਿੱਤਾ। ਮਨ ਚ ਬੜਾ ਖੁਸ਼ੀ ਕਿ ਦੀ ਅੱਜ ਤੇ ਬਈ ਇੰਨੀ ਜ਼ਮੀਨ ਮੇਰੀ ਬਣ ਜਾਣੀ ਹੈ। ਜੋ ਚੱਲਿਆ, ਉਹਨਾਂ ਨੇ ਕਿਹਾ ਵੀ ਕਿ ਬਈ ਰੋਟੀ ਪਾਣੀ ਨਾਲ ਰੱਖ ਲੈ, ਤੇ ਮਤਲਬ ਰਸਤੇ ਚ ਕਦੇ ਥੱਕ ਜਾਏਗਾ ਜਾਂ ਤੇ ਪਾਣੀ ਪੂਣੀ ਪੀ ਲੇਗਾ ਬੈਠ ਕੇ। ਉਹਨੇ ਪਰ ਲੇਕਿਨ ਥੋੜਾ ਬਹੁਤਾ ਸਮਾਨ ਰੱਖਿਆ ਕਿ ਮੇਰਾ ਟਾਈਮ ਜ਼ਿਆਦਾ ਵੇਸਟ ਨਾ ਹੋਵੇ। ਭੱਜਦਾ ਗਿਆ, ਦੌੜਦਾ ਗਿਆ ਹਰ ਜਗ੍ਹਾ ਤੇ, ਚੱਲਦਾ ਚੱਲਦਾ ਦੁਪਹਿਰ ਹੋ ਗਈ। ਤੇ ਦੁਪਹਿਰ ਨੂੰ ਮਨ ਦੇ ਵਿੱਚ ਇਹ ਆਇਆ ਕਿ ਜੇ ਮੈਂ ਰੋਟੀ ਖਾਣ ਇੱਥੇ ਬੈਠ ਗਿਆ, ਜੇ ਮੈਂ ਪਾਣੀ ਪੀਣ ਲੱਗ ਪਿਆ ਤੇ ਟਾਈਮ ਵੇਸਟ ਹੋਏਗਾ। ਤੇ ਸੂਰਜ ਤੇ ਆ ਗਿਆ ਸਿਰ ਦੇ ਉੱਪਰ, ਤੇ ਜੋ ਜੋ ਘੜੀ ਵੇਖ ਕੇ ਤੇ ਉਹਨੇ ਉਹਨੂੰ ਦੌੜ ਲਗਾਉਣੀ ਸ਼ੁਰੂ ਕਰਤੀ। ਪਿੱਛੇ ਦੇਖਿਆ, ਕਹਿੰਦਾ ਠੀਕ ਏ, ਪਰ ਹੋਰ ਵੀ ਤਾਂ ਮੈਂ ਜ਼ਿਆਦਾ ਕਰ ਸਕਦਾ। ਉਹਨੇ ਤੇਜ਼ ਤੇ ਚੱਲਣਾ ਸ਼ੁਰੂ ਕਰ ਦਿੱਤਾ, ਬਹੁਤ ਸਪੀਡ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਸ਼ਾਮ ਪਈ, ਦੇਖਿਆ ਕਿ ਮੈਂ ਤਾਂ ਬਹੁਤ ਦੂਰ ਆ ਗਿਆ, ਔਰ ਉਸੇ ਲਾਲਚ ਦੇ ਵਿੱਚ ਅੱਗੇ ਚੱਲਦਾ ਗਿਆ। ਜਦੋਂ ਸ਼ਾਮ ਪਈ, ਵੇਖਿਆ ਕਿ ਟਾਈਮ ਥੋੜਾ ਰਹਿ ਗਿਆ, ਮੈਂ ਆਪਣੇ ਉਸ ਜਗ੍ਹਾ ਤੱਕ ਪਹੁੰਚਣਾ ਹੈ, ਫਿਰ ਜ਼ਮੀਨ ਮੇਰੀ ਹੋਣੀ। ਕਿ ਉਹਨਾਂ ਨੇ ਦੱਸਿਆ ਸੀ ਕਿ ਜਿੱਥੋਂ ਤੂੰ ਚੱਲਿਆ ਹੈ, ਘੁੰਮ ਕੇ ਉਸ ਜਗ੍ਹਾ ਤੱਕ ਆਉਣਾ ਹੈ, ਫਿਰ ਉਹ ਵਾਪਸ ਮਿਲੇਗੀ। ਜਦੋਂ ਉਹਨੇ ਟਾਈਮ ਦੇਖਿਆ, ਸ਼ਾਮ 2 ਘੰਟੇ ਰਹਿ ਗਏ ਨੇ, ਫਿਰ ਉਹਨੂੰ ਘਬਰਾਹਟ ਵੀ ਸ਼ੁਰੂ ਹੋਈ। ਜਿਉਂ ਦੌੜ ਲਗਾਈ ਉੱਥੋਂ ਵਾਪਸ, ਬਹੁਤ ਸਪੀਡ ਚ ਦੌੜਿਆ, ਧੜਕਣ ਵੱਧ ਗਈ, ਸਭ ਕੁਛ ਜਿਸ ਤਰ੍ਹਾਂ ਕਹਿੰਦੇ ਕਿ ਹੋ ਗਿਆ। ਔਰ ਆਪਣੀ ਜਿੱਥੋਂ ਚੱਲਿਆ ਸੀ, ਜਿਸ ਨਿਸ਼ਾਨੇ ਤੋਂ, ਉਸ ਤੋਂ ਥੋੜੀ ਦੂਰ ਹੀ ਤੇ ਆ ਕੇ ਰਹਿ ਗਿਆ। ਜਗ੍ਹਾ ਸਾਹਮਣੇ ਦਿਸ ਰਹੀ ਸੀ, ਉੱਥੇ ਆ ਕੇ ਸਵੇਰ ਦਾ ਦੌੜਿਆ, ਨਾ ਖਾਧਾ ਪੀਤਾ, ਸਵੇਰ ਦਾ ਦੌੜੀ ਜਾ ਰਿਹਾ ਸੀ। ਕੁਝ ਵੀ ਕਹਿ ਲਓ, ਜਿਸ ਤਰ੍ਹਾਂ ਉਹਨੂੰ ਬਲੱਡ ਪ੍ਰੈਸ਼ਰ ਵੱਧ ਗਿਆ, ਜੋ ਵੀ ਚੀਜ਼ਾਂ ਕਹਿ ਲਈਏ, ਭੁੱਖ ਨਾਲ ਕਿਸ ਤਰ੍ਹਾਂ, ਬਿਲਕੁਲ ਮੰਜ਼ਿਲ ਸਾਹਮਣੇ ਦਿਸਦੀ ਪਈ ਸੀ। ਤੇ ਉਸ ਵੇਲੇ ਐਸਾ ਹਾਲ ਹੋ ਗਿਆ ਕਿ ਉਹਦੇ ਕੋਲ ਇੱਕ ਕਦਮ ਵੀ ਪੁੱਟਣਾ ਮੁਸ਼ਕਲ ਹੋ ਗਿਆ, ਇੰਨਾ ਥੱਕ ਗਿਆ। ਔਰ ਜਦੋਂ ਉੱਥੇ ਡਿੱਗਾ, ਥੋੜੀ ਦੇਰ ਦੂਰ ਤੱਕ ਰਿੰਗ ਕੇ ਵੀ ਗਿਆ, ਪਰ ਇੰਨੀ ਉਹਦੇ ਅੰਦਰ ਉਹ ਤੜਫ ਕਿ ਸਾਹਮਣੇ ਮੇਰੀ ਮੰਜ਼ਿਲ ਏ, ਮੇਰੇ ਕੋਲ ਪਹੁੰਚਿਆ ਨਹੀਂ ਜਾ ਰਿਹਾ। ਔਰ ਉਹਦੇ ਵਿੱਚ ਹੜਬੜਾਹਟ ਦੇ ਵਿੱਚ ਹੋਰ ਮਨ ਦੇ ਉੱਤੇ ਪ੍ਰੈਸ਼ਰ ਆਇਆ, ਔਰ ਥੋੜੀ ਦੂਰ ਹੀ ਜਾ ਕੇ ਉਹਨੇ ਦਮ ਤੋੜ ਦਿੱਤਾ। ਔਰ ਜਿਹੜੇ ਬੰਦੇ ਸੀ, ਜਿਹੜੇ ਜ਼ਮੀਨ ਵਾਲੇ, ਉਹਨਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ। ਕੋਈ ਨਾਲ ਉਹਦੇ, ਉਸ ਜਿਹੜੇ ਬੰਦੇ ਨੇ ਦਮ ਤੋੜ ਦਿੱਤਾ ਸੀ, ਉਹਦੇ ਨਾਲ ਕੋਈ ਆਏ ਸੀ, ਕਹਿਣ ਲੱਗੇ ਤੁਸੀਂ ਹੱਸਦੇ ਕਿਉਂ ਪਏ ਹੋ? ਉਹ ਕਹਿੰਦੇ ਕਿ ਅੱਜ ਤੱਕ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਇਹ ਜ਼ਮੀਨ ਕੋਈ ਲੈ ਸਕਿਆ ਹੋਵੇ। ਕਹਿੰਦਾ ਬਹੁਤ ਲੋਕ ਇੱਥੇ ਆਏ ਨੇ, ਬਹੁਤ ਲੋਕ ਆਏ ਨੇ, ਅਸੀਂ ਹੱਸਦੇ ਤਾਂ ਵਾਂ ਕਿ ਅੱਜ ਤੱਕ ਕੋਈ ਵੀ ਐਸਾ ਬੰਦਾ ਨਹੀਂ ਮਿਲਿਆ ਕਿ ਕੋਈ ਇਸ ਦਾ ਮਾਲਕ ਬਣ ਸਕਿਆ ਹੋਵੇ। ਹਰ ਇੱਕ ਬੰਦਾ ਇੱਥੇ ਇਸੇ ਤਰ੍ਹਾਂ ਹੀ ਜਾਂਦਾ ਹੈ। ਹੁਣ ਇਸ ਕਹਾਣੀ ਦਾ ਸਾਰ ਕੀ ਹੈ ਕਿ ਸਿਰਫ ਤੇ ਸਿਰਫ ਇਸ ਚੀਜ਼ ਨੂੰ ਸਮਝਣਾ ਕਿ ਕੰਮ ਕਰਨਾ। ਸਤਿਗੁਰਾਂ ਨੇ ਉਹਨੂੰ ਦੱਸਿਆ ਸੀ ਕਿ ਬਈ ਆਪਣੇ ਜੀਵਨ ਨਿਰਵਾਹ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਨੇ, ਸਾਨੂੰ ਬਖਸ਼ਿਸ਼ ਹੁੰਦੀ ਹੈ, ਦਿਆ ਕਰਦੇ ਨੇ, ਕਰਨਾ ਹੈ ਜੋ ਅਸੀਂ ਕਰ ਸਕਦੇ ਜਿੰਨਾ ਆਪਣੀ ਸਮਰੱਥਾ ਦਿੰਦਾ। ਪਰ ਜੇ ਅਸੀਂ ਬਿਲਕੁਲ ਤੇ ਬਿਲਕੁਲ ਉਸ ਲੋਭ ਲਾਲਚ ਦੇ ਵਿੱਚ ਪੈ ਕੇ ਇਹਨੂੰ ਕਰਦੇ ਹਾਂ, ਤੇ ਇੱਕ ਟਾਈਮ ਐਸਾ ਆਉਂਦਾ ਹੈ, ਬੰਦੇ ਨੂੰ ਪਤਾ ਲੱਗਦਾ ਹੈ ਕਿ ਬਈ ਮੈਂ ਲੈ ਕੇ ਤਾਂ ਇੱਥੋਂ ਕੁਛ ਵੀ ਨਹੀਂ ਜਾ ਰਿਹਾ। ਜਿਸ ਚੀਜ਼ ਦਾ ਮੈਂ ਮਾਲਕ ਬਣਨਾ ਚਾਹ ਰਿਹਾ ਸੀ, ਜਿੱਥੇ ਮੈਂ ਸੋਚ ਰਿਹਾ ਸੀ ਮਾਲਕ ਮੈਂ ਮਾਲਕ ਹਾਂ, ਮੈਂ ਮਾਲਕ ਹਾਂ, ਇੱਥੇ ਤਾਂ ਕੋਈ ਹੈ ਹੀ ਨਹੀਂ ਮਾਲਕ। ਉਹਨੇ ਐਸੀ ਵਿਵਸਥਾ ਕੀਤੀ ਹੈ ਕਿ ਇੱਥੋਂ ਕੋਈ ਵੀ ਕੁਛ ਵੀ, ਇੱਕ ਤਿਨਕਾ ਵੀ, ਸੂਈ ਵੀ ਇੱਕ ਲੈ ਕੇ ਨਹੀਂ ਜਾ ਸਕਦਾ।
लेकिन कई बार ਅਸੀਂ ਆਪਣਾ ਉਹ ਰਸਤਾ ਭੁੱਲ ਕੇ ਸਾਰੀ ਉਮਰ ਉਸ ਦੌੜ 'ਚ ਹੀ ਬਿਤਾ ਦਿੰਦੇ ਹਾਂ। ਹਾਂ, ਹੋ ਸਕਦਾ ਸੀ ਜੇ ਉਹ ਅੱਧ ਦੇ ਵਿੱਚ ਓਨਾ ਕੁ ਕਰਦਾ ਤੇ ਹੋ ਸਕਦਾ ਸੀ ਕਿ ਬੜਾ ਵਧੀਆ ਉਹਦਾ ਉਹ ਚੱਲਦਾ, ਲੇਕਿਨ ਇਹ ਲਾਲਚ ਇਸ ਤਰ੍ਹਾਂ ਦਾ ਹੈ ਕਿ ਅੱਗੇ ਤੋਂ ਅੱਗੇ ਵੱਧਦਾ ਜਾਂਦਾ ਹੈ। ਇਸ ਲਈ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਸਮਝਣਾ, ਜਿਸ ਅਸੀਂ ਉਹ ਕਦ ਵਾਸਤੇ ਕਰ ਰਹੇ ਹਾਂ, ਫਿਕਰ ਵਾਸਤੇ ਨਾ, ਕਿ ਸਾਡੇ ਜੀਵਨ ਦੇ ਵਿੱਚ ਬੜੀਆਂ ਲੋੜਾਂ ਨੇ, ਬੜਾ ਇਸ ਤਰ੍ਹਾਂ ਉਸ ਤਰ੍ਹਾਂ। ਤੇ ਜਦੋਂ ਅਸੀਂ ਠੰਡੇ ਮਨ ਨਾਲ ਸਤਿਗੁਰਾਂ ਦੇ ਬਾਣੀ ਦੇ ਮੁਤਾਬਕ, ਵਚਨਾਂ ਦੇ ਮੁਤਾਬਕ ਅਸੀਂ ਦੇਖਾਂਗੇ ਤੇ ਬਈ ਠੀਕ ਹੈ। ਉਹਨਾਂ ਨੇ ਕਿਹਾ ਕਿ ਪਹਿਲੇ ਬਣੀ ਪਰਾ ਲਬਦ ਪਾਛੇ ਧਰਾ ਸਰੀਰ, ਜੇ ਬਾਤ ਅਚਰਜ ਹੈ ਮਨ ਨਹੀਂ ਬਾਂਦੇ ਦੀ। ਸਾਡੇ ਇੱਥੇ ਜਨਮ ਲੈਣ ਤੋਂ ਪਹਿਲਾਂ ਹੀ ਉਹ ਜਿਹੜੀ ਚੀਜ਼ ਉਹਨੇ ਕੀਤੀ। ਇਸ ਲਈ ਠੀਕ ਹੈ, ਇਹ ਨਹੀਂ ਕਹਿ ਰਹੇ ਕਿ ਇਹਦਾ ਮਤਲਬ ਕਿ ਪੁਰਸ਼ਾਰਥ ਕਰਨਾ ਛੱਡ ਦੇਣਾ ਹੈ, ਮਿਹਨਤ ਕਰਨੀ ਹੈ, ਪੂਰੀ ਕਰਨੀ ਹੈ, ਕਦੀ ਵੀ ਇਹ ਨਿਠੱਲੇ ਹੋ ਕੇ ਨਹੀਂ ਬੈਠਣਾ। ਲੇਕਿਨ ਇਸ ਚੀਜ਼ ਨੂੰ ਵੀ ਯਾਦ ਰੱਖਣਾ ਹੈ ਕਿ ਇੱਕ ਬੈਲੈਂਸ ਕਰਨਾ ਹੈ ਕਿ ਜੇ ਅਸੀਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਰੋਟੀ ਨਾ ਖਾਈਏ, ਪਾਣੀ ਨਾ ਪੀਏ, ਜਾਂ ਬਿਲਕੁਲ ਦੌੜੀ ਜਾਈਏ, ਤੇ ਬਈ ਉਹ ਚੀਜ਼ਾਂ ਦਾ ਅਸੀਂ ਕਹੀਏ ਕਿ 2-4 ਦਿਨ, ਹਫ਼ਤਾ 10 ਦਿਨ ਇੱਦਾਂ ਹੀ ਮਿਹਨਤ ਕਰਕੇ ਜਾਂ ਮਹੀਨਾ ਕਰਕੇ ਤੇ ਮਹੀਨੇ ਬਾਅਦ ਰੋਟੀ ਖਾ ਲਵਾਂਗੇ, ਮਹੀਨੇ ਬਾਅਦ ਅਸੀਂ ਸੌਂ ਜਾਵਾਂਗੇ, ਸਾਨੂੰ ਪਤਾ ਕਿਸ ਤਰ੍ਹਾਂ ਦਾ ਹਾਲ ਹੋਏਗਾ। ਇਸ ਲਈ ਬੈਲੈਂਸ ਕਰਨਾ ਸਤਿਗੁਰ ਸਿਖਾਉਂਦੇ ਨੇ ਸਾਨੂੰ ਜੀਵਨ ਦੇ ਵਿੱਚ, ਬੈਲੈਂਸ। ਔਰ ਜਿਹੜੀ ਚੀਜ਼ ਦਾ ਸਾਨੂੰ ਹਮੇਸ਼ਾ ਡਰ ਰਹਿੰਦਾ ਹੈ, ਪਤਾ ਨਹੀਂ ਕੀ ਹੋ ਜਾਣਾ, ਪਤਾ ਨਹੀਂ ਕੀ ਹੋ ਰਿਹਾ ਹੈ, ਪਤਾ ਨਹੀਂ ਅੱਗੇ ਸਾਨੂੰ ਕੋਲ ਕੋਈ ਚੀਜ਼ ਮਿਲੇ ਜਾਂ ਨਾ ਮਿਲੇ, ਪਤਾ ਨਹੀਂ ਪਰਿਵਾਰ ਦੇ ਵਿੱਚ ਕਿਹੜੀ ਚੀਜ਼ ਦੀ ਲੋੜ ਪੈ ਜੇ, ਕੋਈ ਐਸਾ ਸਮਾਂ ਆ ਜੇ ਮੇਰੇ ਕੋਲ ਉਹ ਚੀਜ਼ ਹੀ ਨਾ ਹੋਵੇ ਜਿਸ ਚੀਜ਼ ਦੀ, ਅਸੀਂ ਇਹਨੂੰ ਹੀ ਸੋਚਦੇ ਰਹਿੰਦੇ ਹਾਂ। ਲੇਕਿਨ ਜਦੋਂ ਅਸੀਂ ਦੁਨੀਆ 'ਚ ਨਿਕਲਦੇ ਹਾਂ, ਚੱਲਦੇ ਫਿਰਦੇ, ਸਾਨੂੰ ਪਤਾ ਲੱਗਦਾ ਹੈ ਸਤਿਗੁਰਾਂ ਨੇ ਇੱਕ ਡਿਊਟੀ ਐਸੀ ਲਗਾਈ ਹੈ, ਹਰ ਜਗ੍ਹਾ ਜਾਣ ਦਾ ਮੌਕਾ ਮਿਲਦਾ ਹੈ, ਹਰ ਤਰ੍ਹਾਂ ਦੇ ਲੋਕਾਂ ਨਾਲ, ਸੰਗਤ ਨਾਲ ਮਿਲੀਦਾ ਹੈ, ਪਰ ਉਹ 'ਚ ਦੇਖਿਆ ਕਿ ਅੱਜ ਤੱਕ ਕੋਈ ਭੁੱਖਾ ਨਹੀਂ, ਕੋਈ ਤੁਸੀਂ ਵਾਧੂ ਚੀਜ਼ਾਂ ਨਾਲ ਜ਼ਰੂਰ ਹੋ ਸਕਦਾ ਹੈ ਕਿ ਕੁਝ ਹੋ ਗਿਆ ਹੋਵੇ, ਘੱਟ ਦੇ ਨਾਲ ਨਹੀਂ ਕੁਝ ਹੈ। ਇਸ ਲਈ ਕੋਈ ਫਿਕਰ ਨਹੀਂ, ਟੈਨਸ਼ਨ ਨਹੀਂ, ਠੀਕ ਹੈ। ਅਸੀਂ ਆਏ ਹਾਂ ਇੱਥੇ ਵਿਦੇਸ਼ਾਂ ਦੇ ਵਿੱਚ ਵੀ, ਚਾਹੇ ਕਿਤੇ ਵੀ ਹੈ, ਕਿਤੇ ਵੀ ਬੈਠੇ ਹਾਂ, ਸਤਿਗੁਰ ਹਰ ਜਗ੍ਹਾ ਹੀ ਨਾਲ ਨੇ। ਲੇਕਿਨ ਉਹ ਭਾਵਨਾ ਜਦੋਂ ਸਾਡੇ ਅੰਦਰ ਹੋਏਗੀ, ਜਦੋਂ ਅਸੀਂ ਉਹਨੂੰ ਨਾਲ ਸਮਝਾਂਗੇ, ਤੇ ਫਿਰ ਹੀ ਉਹ ਗੱਲ ਬਣੇਗੀ। ਜੇ ਨਹੀਂ, ਜੇ ਅਹਿਸਾਸ ਹੀ ਨਹੀਂ ਉਸ ਚੀਜ਼ ਦਾ ਹੋ ਰਿਹਾ, ਤੇ ਫਿਰ ਉਹ ਭਾਵੇਂ ਜਿੰਨਾ ਮਰਜ਼ੀ ਕੋਲੇ, ਉਹ ਨਹੀਂ ਗੱਲ ਬਣਦੀ ਹੈ। ਇਸ ਲਈ ਹਮੇਸ਼ਾ ਸਤਿਗੁਰਾਂ ਦੇ ਬਚਨਾਂ ਨੂੰ ਯਾਦ ਰੱਖੀਏ ਔਰ ਉਹਨਾਂ ਦੇ ਬਚਨਾਂ ਤੇ ਮਾਣ ਕਰਦੇ ਰਹੀਏ। ਫਾਲਤੂ ਦੀ ਕੋਈ ਜਿਹੜੀਆਂ ਟੈਨਸ਼ਨਾਂ ਲੈ ਕੇ ਆਪਣਾ ਜੀਵਨ ਬਰਬਾਦ ਨਾ ਕਰੀਏ। ਸਤਿਗੁਰਾਂ ਨੇ ਕਈ ਵਾਰ ਫਰਮਾਉਣਾ, ਕਾਲ ਦਾ ਸਿਰਫ ਇੰਨਾ ਹੀ ਕੰਮ ਹੈ, ਸਾਨੂੰ ਨਿਸ਼ਾਨੇ ਤੋਂ ਭਟਕਾਉਣਾ। ਮਤਲਬ ਇੱਧਰ ਉੱਧਰ ਦੀਆਂ ਸੋਚਾਂ ਕਰਕੇ ਹੋ ਸਕਦਾ ਹੈ ਕਿ ਉਹ ਟਾਈਮ ਕਦੀ ਆਵੇ ਹੀ ਨਾ, ਜਿਸ ਚੀਜ਼ ਵਾਸਤੇ ਅਸੀਂ ਬਹੁਤ ਜ਼ਿਆਦਾ ਸੋਚ ਰਹੇ ਹਾਂ। ਬਹੁਤ ਲੋਕ ਨੇ ਇੱਥੇ ਜਿਨ੍ਹਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਲੇਕਿਨ ਅੱਗੇ ਤੋਂ ਅੱਗੇ ਆਪਣਾ ਟਾਈਮ, ਉਹਨਾਂ ਕੋਲ ਚੀਜ਼ਾਂ ਵਰਤਣ ਵਾਸਤੇ ਟਾਈਮ ਨਹੀਂ ਹੈਗਾ। ਸਮਾਨ 100 ਬਰਸ ਕਾ ਫਲ ਕੀ ਖਬਰ ਨਹੀਂ। ਇਸ ਲਈ ਮੁਕਤ, ਹਮੇਸ਼ਾ ਟੈਨਸ਼ਨ ਫਰੀ ਮਤਲਬ ਰਹਿ ਕੇ ਆਪਾਂ ਉਹਨੂੰ ਕਰੀਏ, ਕੋਈ ਐਸੀ ਗੱਲ ਨਹੀਂ ਹੈ। ਜਦੋਂ ਉਹਨਾਂ ਦੇ ਨੁਕਤੇ ਆ, ਸਤਿਗੁਰ ਸਾਨੂੰ ਇਹ ਨਹੀਂ ਕਹਿੰਦੇ ਕਿ ਗ੍ਰੰਥਾਂ ਦੇ ਗ੍ਰੰਥ ਪੜ੍ਹ ਲਓ, ਯਾਦ ਕਰ ਲਓ, ਰਟੀ ਜਾਓ ਉਸ ਚੀਜ਼ ਨੂੰ 24 ਘੰਟੇ, ਨਹੀਂ। ਇੱਕ ਜਿਹੜਾ ਵਿੱਚੋਂ ਨੁਕਤਾ ਜਿਹੜਾ ਆ, ਉਹਨੂੰ ਫੜਨਾ ਹੈ ਅਸੀਂ। ਜਦੋਂ ਨੁਕਤਾ ਸਾਡੇ ਪਾਸ ਆ ਗਿਆ, ਜੋ ਮਰਜ਼ੀ ਕਰੀਏ, ਰਾਮ ਰਾਮ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਅੱਲਾ ਅੱਲਾ ਕਰੋ, ਜੋ ਮਰਜ਼ੀ ਕਰੋ, ਕੋਈ ਗੱਲ ਨਹੀਂ ਹੈਗੀ, ਪਰ ਉਹ ਨੁਕਤਾ ਤੁਹਾਡੇ ਪਾਸ ਹੋਣਾ ਚਾਹੀਦਾ ਹੈ ਜਿਹੜਾ ਉਹ ਸਾਨੂੰ ਸਮਝਾਉਂਦਾ ਹੈ। ਜੇ ਉਹ ਨਹੀਂ ਹੈਗਾ, ਤੇ ਚਾਹੇ ਅਸੀਂ ਕਿਸੇ ਚ ਵੀ, ਜਿਸ ਤਰ੍ਹਾਂ ਸਮੇਂ ਨੇ ਫਰਮਾਇਆ ਨਾ, ਕਿਆ ਹਿੰਦੂ, ਕਿਆ ਮੁਸਲਮਾਨ, ਕਿਆ ਸਿੱਖ, ਈਸਾਈ, ਜੈਨ, ਗੁਰ ਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ। ਆਪਣੇ ਆਪਣੇ ਸਤਿਗੁਰਾਂ ਦੇ ਬਚਨਾਂ ਨੂੰ ਸਮਝੀਏ, ਕਿਉਂਕਿ ਫਰਮਾਉਂਦੇ ਕੀ ਕਹਿ ਕੀ ਰਹੇ ਨੇ। ਜਦੋਂ ਸਾਨੂੰ ਸਮਝ ਲੱਗ ਗਈ ਤੇ ਜੀਵਨ ਦੇ ਵਿੱਚ, ਕਿਉਂਕਿ ਅੱਜ ਜਿਹੜੀ ਸਟਾਰਟਿੰਗ ਸ਼ੁਰੂ ਗੱਲ ਕੀਤੀ ਸੀ ਕਿ ਮਨ ਦੀ ਗੱਲ ਕੀਤੀ ਹੈ, ਕਿ ਮਨ ਹਮੇਸ਼ਾ ਹੀ ਜਾਂ ਤੇ ਦੁੱਖਾਂ ਜਾਂ ਸੁੱਖਾਂ ਦੇ ਵਿੱਚ ਹੀ ਭੜਕਾਉਂਦਾ ਰਹਿੰਦਾ ਸਾਨੂੰ, ਤੀਸਰੀ ਇਹਦੇ ਕੋਲ ਕੋਈ ਗੱਲ ਨਹੀਂ ਹੈਗੀ। ਤੇ ਦੁੱਖਾਂ ਦੇ ਵਿੱਚ ਵੀ ਅਸੀਂ ਟਾਈਮ ਵੇਸਟ ਹੁੰਦਾ ਹੈ, ਤੇ ਸੁੱਖ ਦੇ ਵਿੱਚ ਵੀ ਕਈ ਵਾਰ ਹੁੰਦਾ ਹੈ। ਇਸ ਲਈ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਨਾ ਮਤਲਬ ਫਸੀਏ, ਆਪਣੇ ਟਾਈਮ ਦੀ ਕੀਮਤ ਨੂੰ ਸਮਝ ਕੇ ਉਸ ਹਿਸਾਬ ਦੇ ਨਾਲ ਚੱਲੀਏ। ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ, ਕਈ ਵਾਰ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਵੀ ਅੱਗੇ ਨਾਲੋਂ ਤਾਂ ਥੋੜਾ ਹੁਣ ਘੱਟ ਕੀਤਾ ਹੈ, ਨਹੀਂ ਤਾਂ ਸਾਰਾ ਦਿਨ ਇਸ ਤਰ੍ਹਾਂ ਲੰਘ ਜਾਂਦਾ ਸੀ ਕਿ ਸੰਗਤ ਨੇ ਕਹਿਣਾ ਕਿ ਸਾਨੂੰ ਟਾਈਮ ਚਾਹੀਦਾ ਥੋੜਾ, ਠੀਕ ਹੈ ਨਾ, ਟਾਈਮ ਚਾਹੀਦਾ ਹੈ ਗੱਲ ਕਰਨ ਵਾਸਤੇ। ਔਰ ਜਿਸ ਤਰ੍ਹਾਂ ਹੁੰਦਾ ਨਾ ਕਿ ਇੱਕ ਤਾਂ ਟਾਈਮ, ਹੁਣ ਵੀ ਤਾਂ ਟਾਈਮ ਹੀ ਹੈ ਸਭ ਕੋਲ। ਔਰ ਕਈ ਵਾਰ ਸੰਗਤ ਦੇ ਵਿੱਚ ਬੈਠਿਆ ਮੈਂ ਸਭ ਨੂੰ ਕਹਿਣਾ ਕਿ ਹਾਂਜੀ ਵੀ ਕਿਸੇ ਨੇ ਕੋਈ ਗੱਲ ਪੁੱਛਣੀ ਹੈ, ਕੋਈ ਮਨ 'ਚ ਕੋਈ ਸਵਾਲ ਹੈ ਤੇ ਤੁਸੀਂ ਪੁੱਛੋ।
ਲੇਕਿਨ ਹੋਣਾ ਕਿ ਨਹੀਂ, ਅਸੀਂ ਅਲੱਗ ਤੋਂ ਇੱਕ ਟਾਈਮ ਸਾਨੂੰ ਚਾਹੀਦਾ। ਠੀਕ ਹੈ, ਇੱਕ ਤਾਂ ਪਿਆਰ ਹੁੰਦਾ ਹੈ ਕਿ ਉਹਦੇ ਨਾਲ ਆਪਣੇ ਪ੍ਰੀਤਮ ਪਿਆਰ ਪ੍ਰੇਮੀ ਜਾਂ ਆਪਣੇ ਮਾਤਾ ਪਿਤਾ ਜਾਂ ਜਿੱਥੇ ਵੀ ਇਹ ਕਦੀ ਵੀ ਬੱਚੇ ਬੈਠੇ ਅੱਕਦੇ ਨਹੀਂ, ਜਿੰਨੇ ਚਿਰ ਮਰਜ਼ੀ ਬੈਠੇ ਰਹੋ, ਔਰ ਦਿਲ ਕਰਦਾ ਹੈ ਕਿ ਅਸੀਂ ਇਕੱਠੇ ਰਹੀਏ। ਠੀਕ ਹੈ ਨਾ, ਲੇਕਿਨ ਉਹ ਇੱਕ ਅੰਦਰਲੀ ਅਵਸਥਾ ਹੈ। ਸਤਿਗੁਰ ਸਾਨੂੰ ਬਾਹਰ ਨਹੀਂ ਕਿਸੇ ਚੀਜ਼ ਨਾਲ ਜੋੜਦੇ। ਕਈ ਵਾਰ ਅਸੀਂ ਸਮਝਦੇ ਹਾਂ, ਗੁਰੂ ਮਹਾਰਾਜ ਨੇ ਕਈ ਵਾਰ ਫਰਮਾਇਆ ਸੀ, ਕਈ ਵਾਰੀ ਸੰਗਤ ਨੂੰ ਮਨਾ ਕੀਤਾ ਕਿ ਬਈ ਮੱਥਾ ਨਹੀਂ ਟੇਕਣਾ, ਕੋਈ ਗੋਡੀ ਹੱਥ ਲਾਉਣ ਦੀ ਲੋੜ ਨਹੀਂ, ਤੁਸੀਂ ਸਿਰਫ ਬਚਨ ਮੰਨੋ, ਕੋਈ ਚੀਜ਼ ਵਸਤੂ ਪੇਸ਼ ਕਰਨ ਦੀ ਲੋੜ ਨਹੀਂ ਹੈ। ਉਹਨਾਂ ਕਹਿੰਦਾ ਸਭ ਤੋਂ ਵੱਧ ਖੁਸ਼ੀ ਉਹਨਾਂ ਨੂੰ ਉਦੋਂ ਮਿਲਦੀ ਹੈ ਜਦੋਂ ਉਹਨਾਂ ਦਾ ਬੱਚਾ ਕੋਈ ਉਸ ਕਾਬਲ ਬਣ ਜਾਂਦਾ ਹੈ। ਮਾਂ ਪਿਓ ਜਿਸ ਤਰ੍ਹਾਂ ਇੱਕ ਬੱਚੇ ਨੂੰ ਪੜ੍ਹਾਉਂਦੇ ਲਿਖਾਉਂਦੇ ਨੇ, ਸਾਰੇ ਕੰਮ ਕਰਦੇ ਨੇ, ਲੇਕਿਨ ਉਹ ਉਹਦੇ ਕੋਲੋਂ ਕੁਛ, ਜੇ ਉਹਦੇ ਕੋਲੋਂ ਕੋਈ ਆਸ ਰੱਖਣੀ ਹੈ ਤੇ ਫਿਰ ਉਹ ਤੇ ਇੰਨਾ ਕੁਛ ਕਰ ਕਿਉਂ ਰਹੇਗਾ। ਲੇਕਿਨ ਜਦੋਂ ਉਹੀ ਬੱਚਾ ਕੋਈ ਵਾਕਈ ਪੜ੍ਹ ਲਿਖ ਕੇ ਅੱਛੀ ਉਸ ਚੀਜ਼ ਤੇ ਜਿਸ ਜੋ ਚਾਹੁੰਦੇ ਨੇ ਉਸ ਚੀਜ਼ ਤੇ ਪਹੁੰਚ ਜਾਂਦਾ ਹੈ, ਤੇ ਮਾਂ ਪਿਓ ਦੀ ਖੁਸ਼ੀ ਦਾ ਟਿਕਾਣਾ ਨਹੀਂ। ਇਸੇ ਤਰ੍ਹਾਂ ਸਤਿਗੁਰੂ ਸਾਨੂੰ ਬਾਹਰਲੀਆਂ ਕਿਸੇ ਚੀਜ਼ ਦੀ ਨਹੀਂ ਕਰਦੇ। ਔਰ ਬਸ ਇੰਨੀ ਚੀਜ਼ ਨੂੰ ਸਮਝ ਕੇ ਅਸੀਂ ਆਪਣਾ ਜੀਵਨ ਜਿਹੜਾ ਆ ਬਰਬਾਦ ਨਹੀਂ ਕਰਨਾ, ਖੁਸ਼ ਰਹੀਏ ਹਮੇਸ਼ਾ। ਮੈਂ ਸਭ ਨੂੰ ਕਹਿੰਦਾ ਰਹਿੰਦਾ ਕਿ ਕੋਈ ਟੈਨਸ਼ਨਾਂ ਨਹੀਂ। ਉਹ ਸਮਝਣ ਵਾਸਤੇ ਇਹ ਕਹਾਣੀ ਜਾਂ ਸਾਖੀਆਂ ਜੋ ਵੀ ਹੈ ਨਾ, ਸਿਰਫ ਇੱਕ ਉਹਨਾਂ ਦੇ ਜਿਹੜਾ ਸਾਰ, ਉਹਨੂੰ ਬਸ ਅਸੀਂ ਪਕੜਨਾ ਹੈ, ਹੋਰ ਨਹੀਂ ਕੋਈ ਗੱਲ ਹੁੰਦੀ। ਸਤਿਗੁਰਾਂ ਦੇ ਬਚਨ ਤੇ ਬਹੁਤ ਹੀ ਕੀਮਤੀ ਨੇ, ਉਹਦੇ ਵਿੱਚ ਕਿਸੇ ਚੀਜ਼ ਦੀ ਸਾਨੂੰ ਲੋੜ ਨਹੀਂ ਹੈਗੀ। ਪਰ ਕਈ ਵਾਰ ਕਈ ਲਫ਼ਜ਼ ਜਾਂ ਕੋਈ ਸ਼ਬਦ ਐਸੇ ਹੁੰਦੇ ਨੇ ਕਿ ਜਿਹੜੇ ਸਾਨੂੰ ਸਮਝ ਨਹੀਂ ਲੱਗਦੇ ਜਾਂ ਸਾਡੇ ਉਸ ਚੀਜ਼ ਤੱਕ ਨਹੀਂ ਪਹੁੰਚਦੇ, ਉਹਨਾਂ ਨੂੰ ਉਸ ਚੱਕ ਤੱਕ ਪਹੁੰਚਾਉਣ ਵਾਸਤੇ ਕਿਸੇ ਨਾ ਕਿਸੇ ਕਹਾਣੀ, ਸਾਖੀ, ਇਤਿਹਾਸ ਦਾ ਸਹਾਰਾ ਲੈਣਾ ਪੈਂਦਾ। ਇਸ ਲਈ ਜ਼ਿਆਦਾਤਰ ਜਦੋਂ ਮੈਂ ਉੱਥੇ ਚੀਜ਼ਾਂ ਜਦੋਂ ਬੰਦ ਕੀਤੀਆਂ, ਮਹਿਸੂਸ ਕਰਦਾ ਹੁੰਦਾ ਸੀ ਕਿ ਕੋਈ ਜ਼ਿਆਦਾ ਇੰਨੀ ਵੱਡੀਆਂ ਗੱਲਾਂ ਨਹੀਂ ਸੀ ਹੁੰਦੀਆਂ। ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਅਸੀਂ ਇੰਨੇ ਪਰੇਸ਼ਾਨ ਹੋ ਜਾਂਦੇ ਹਾਂ ਕਈ ਵਾਰ, ਕਿ ਬੰਦਾ ਸੋਚਦਾ ਹੈ ਕਿ ਨਹੀਂ, ਪਤਾ ਨਹੀਂ ਕੀ ਹੋ ਗਿਆ। ਔਰ ਜਦੋਂ 5 ਮਿੰਟ ਦੇ ਵਿੱਚ ਜਦੋਂ ਜਵਾਬ ਜਾਂ ਉਹਦੀ ਚੀਜ਼ ਮਿਲ ਗਈ, ਐਂ ਸ਼ਾਂਤ ਹੋ ਜਾਂਦੇ ਕਿ ਵਾਕਈ ਕੋਈ ਗੱਲ ਨਹੀਂ ਹੈਗੀ। ਹੁਣ ਸਮਝਣਾ ਹੈ ਸਰ, ਸਤਿਗੁਰ ਵੀ ਸਾਨੂੰ ਸਭ ਕੁਛ ਦਿੰਦੇ ਨੇ, ਐਸਾ ਨਹੀਂ ਹਰ ਇੱਕ ਨੂੰ। ਮੇਰਾ ਖਿਆਲ ਹੈ ਕਿ ਜਦੋਂ ਅਸੀਂ ਧਿਆਨ ਦੇਵਾਂਗੇ ਨਾ, ਤਾਂ ਸਾਨੂੰ ਯਾਦ ਆਏਗਾ ਕੋਈ ਨਾ ਕੋਈ, ਹਰ ਇੱਕ ਸਿੱਖ ਨੂੰ ਕੋਈ ਨਾ ਕੋਈ ਸਤਿਗੁਰ, ਵੈਸੇ ਤਾਂ ਸਤਸੰਗ ਦਾ ਵਿੱਚ ਤਾਂ ਖੁੱਲਾ ਹੀ ਉਹ ਭੇਤ ਹੁੰਦਾ ਹੈ, ਲੇਕਿਨ ਕਈ ਵਾਰ ਸਾਨੂੰ ਅਲੱਗ ਤੋਂ ਵੀ ਉਹਨਾਂ ਨੇ ਭੇਤ ਤੋਂ ਦੱਸਿਆ ਹੁੰਦਾ ਹੈ। ਲੇਕਿਨ ਅਸੀਂ ਨਾ, ਸਾਡੀ ਜਿਹੜੀ ਕਾਲੀਪਨ ਜਿਹੜੀ ਆ, ਜਾਂ ਮਨ ਜਿਹੜਾ ਆ ਉਤਾਵਲਾ ਰਹਿੰਦਾ, ਉਹ ਉਸ ਚੀਜ਼ ਵਾਲੇ ਪਾਸੇ ਜਾਣ ਨਹੀਂ ਦਿੰਦਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਹਰ ਇੱਕ ਨੂੰ ਕੋਈ ਨਾ ਕੋਈ ਨੁਕਤਾ ਜ਼ਰੂਰ ਦਿੱਤਾ ਹੁੰਦਾ, ਔਰ ਉਹੀ ਸਿਰਫ ਇੱਕੋ ਹੀ ਚੀਜ਼ ਉਹਨੂੰ ਪਕੜ ਕੇ ਰੱਖੀਏ ਬਸ। ਇੱਕ ਵਾਰ ਅੱਗੇ ਵੀ ਦੱਸਿਆ ਸੀ, ਸੁਣਾਇਆ ਸੀ ਕਿ ਇਸੇ ਤਰ੍ਹਾਂ ਕੋਈ ਰਾਜਾ ਸੀ, ਤੇ ਆਪਣੇ ਗੁਰੂ ਦੇ ਪਾਸ ਜਦੋਂ ਵੀ ਜਾਣਾ ਉਹਨੇ, ਚਲੋ ਘੱਟ ਟਾਈਮ ਲੱਗਦਾ ਸੀ, ਕਿਉਂਕਿ ਜਿਸ ਤਰ੍ਹਾਂ ਦੀ ਡਿਊਟੀਆਂ, ਉਸ ਹਿਸਾਬ ਨਾਲ ਟਾਈਮ ਵੀ ਓਨਾ ਹੀ ਲੱਗਦਾ ਹੈ। ਇੱਕ ਦਿਨ ਆਪਣੇ ਗੁਰੂ ਪਾਸ ਗਿਆ, ਕਹਿਣ ਲੱਗਾ ਕਿ ਮਹਾਰਾਜ ਜੀ, ਮੈਨੂੰ ਨਾ ਕੋਈ ਐਸੀ ਗੱਲ ਆ, ਜਿਹੜਾ ਤੁਸੀਂ ਹੁਣ ਕਹਿੰਦੇ ਹੋ ਕਿ ਸਤਸੰਗ ਜਾਂ ਆ ਜਿਹੜੀਆਂ ਚੀਜ਼ਾਂ, ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ, ਤੇ ਮੈਨੂੰ ਕੋਈ ਛੋਟੇ ਜਿਹੀ ਨੁਕਤੇ 'ਚ ਕੋਈ ਐਸੀ ਗੱਲ, ਛੋਟੀ ਜਿਹੀ ਇੱਕ ਐਸੀ ਕੋਈ ਦੱਸ ਦਵੋ ਕਿ ਜਿਹਦੇ ਨਾਲ ਮੇਰਾ ਜੀਵਨ ਜਿਹੜਾ ਆ ਮਤਲਬ ਸੁਧਰ ਜਾਵੇ, ਜਾਂ ਕਦੀ ਵੀ ਕੋਈ ਐਸੀ ਚੀਜ਼ ਨਾ, ਮੇਰਾ ਧਿਆਨ ਤੁਹਾਡੇ ਵੱਲ ਹੀ ਲੱਗਾ ਰਹੇ। ਪਰ ਮੈਨੂੰ ਕਿਉਂਕਿ ਟੈਨਸ਼ਨਾਂ ਜਾਂ ਕੋਈ ਚੀਜ਼ਾਂ ਕਰਕੇ ਕਈ ਵਾਰ ਇੰਨਾ ਟਾਈਮ ਨਹੀਂ ਮਿਲਦਾ ਮੈਨੂੰ। ਮੈਂ ਸਤਸੰਗ ਦੇ ਵਿੱਚ ਬੈਠਦਾ ਵੀ ਹਾਂ, ਪਰ ਬੈਠ ਕੇ ਵੀ ਮੇਰਾ ਮਨ ਕਈ ਵਾਰੀ ਨਹੀਂ ਉੱਥੇ ਹੁੰਦਾ, ਤੇ ਮੈਨੂੰ ਕੋਈ ਐਸੀ ਬਖਸ਼ਿਸ਼ ਕਰੋ ਕਿ ਕੋਈ ਐਸਾ ਨੁਕਤਾ ਜਾਂ ਐਸੀ ਕੋਈ ਚੀਜ਼, ਐਸੀ ਕੋਈ ਸ਼ਬਦ ਮੈਨੂੰ ਦਵੋ ਕਿ ਜਿਹੜਾ ਮੈਂ ਜਦੋਂ ਮਰਜ਼ੀ, ਮੈਨੂੰ ਸੁੱਖ ਦਾ ਟਾਈਮ, ਦੁੱਖ ਦਾ ਟਾਈਮ ਮੈਨੂੰ ਯਾਦ ਰਵੇ, ਤੇ ਮੈਂ ਹਰ ਇੱਕ ਚੀਜ਼ ਚੋਂ ਨਿਕਲ ਸਕਾਂ। ਉਹ ਕਹਿਣ ਲੱਗੇ ਠੀਕ ਹੈ ਜੀ। ਹੁਣ ਦੱਸਿਆ ਕਿ ਉਹਨਾਂ ਨੂੰ, ਰਾਜੇ ਨੂੰ ਇੱਕ ਮੁੰਦਰੀ ਦਿੱਤੀ, ਤੇ ਕਹਿ ਉਹਨੂੰ ਦੱਸ ਦਿੱਤਾ ਕਿ ਇਹਦੇ ਮੁੰਦਰੀ ਦੇ ਨਗ ਦੇ ਥੱਲੇ ਇੱਕ ਛੋਟਾ ਜਿਹਾ ਪੇਜ ਹੈ, ਉਹਦੇ ਉੱਤੇ ਇੱਕ ਨੁਕਤਾ ਲਿਖਿਆ ਹੈ, ਪਰ ਸ਼ਰਤ ਇਹਦੀ ਇਹ ਆ ਕਿ ਇਹ ਉਦੋਂ ਤੱਕ ਨਹੀਂ ਖੋਲਣਾ ਜਦੋਂ ਤੱਕ ਜ਼ਿੰਦਗੀ 'ਚ ਤੈਨੂੰ ਅਹਿਸਾਸ ਨਾ ਹੋਵੇ ਕਿ ਬਸ ਇਸ ਤੋਂ ਅੱਗੇ ਹੁਣ ਕੁਛ ਨਹੀਂ ਹੈਗਾ। ਮਤਲਬ ਕਿ ਸਭ ਤੋਂ ਬੁਰਾ ਟਾਈਮ ਜਦੋਂ ਹੋਏਗਾ ਨਾ ਤੇਰੇ ਤੇ, ਉਦੋਂ ਇਸ ਚੀਜ਼ ਨੂੰ ਖੋਲਣਾ ਹੈ। ਠੀਕ ਹੈ ਨਾ। ਬੜੀ ਵਾਰ ਸਤਿਗੁਰਾਂ ਨੇ ਸਤਸੰਗ 'ਚ ਐਸੇ ਬਚਨ ਕਈ ਫਰਮਾਏ ਕਿ ਉਹਨੂੰ ਇਸ ਚੀਜ਼ ਨੂੰ ਯਾਦ ਕਰ ਲੈਣਾ। ਕਈ ਵਾਰ ਅਸੀਂ ਜਿਹੜੀ ਸੰਗਤ ਸੇਵਾਦਾਰ, ਕਈ ਵਾਰੀ ਅਸੀਂ ਮਹਿਸੂਸ ਕਰਦੇ ਹਾਂ, ਬਹੁਤ ਲੋਕ ਦੱਸਦੇ ਨੇ ਕਿ ਕਈ ਵਾਰ ਇਸ ਤਰ੍ਹਾਂ ਹੋਇਆ ਉਹਨਾਂ ਦੇ ਨਾਲ, ਜਾਂ ਕਿਸੇ ਵੇਲੇ ਸੁੱਤੇ ਪਿਆ ਵੀ ਕੋਈ ਇੰਨਾ ਮਨ, ਕੋਈ ਐਸਾ ਕੋਈ ਖਿਆਲ ਜਾਂ ਐਸੀ ਤਸਵੀਰ, ਕੋਈ ਚੀਜ਼ ਸਾਹਮਣੇ ਆਈ ਕਿ ਮਨ ਬੜਾ ਹੀ ਪਰੇਸ਼ਾਨ ਹੋ ਗਿਆ, ਸੁੱਤੇ ਪਿਆ ਧੜਕਣ ਵੱਧ ਗਈ, ਜਾਂ ਬਹੁਤ ਜ਼ਿਆਦਾ ਡਰ ਗਏ,
ਔਰ ਜਦੋਂ ਉਹਨਾਂ ਨੂੰ ਉਸ ਟਾਈਮ ਤੇ ਵੀ ਸੁਪਨ ਅਵਸਥਾ ਦੇ ਵਿੱਚ ਵੀ ਕੋਈ ਸਤਿਗੁਰਾਂ ਦਾ ਵਚਨ ਯਾਦ ਆ ਗਿਆ, ਜਾਂ ਇੰਨਾ ਹੀ ਮਾਣ ਹੀ ਆ ਗਿਆ ਕਿ ਬਈ ਅਸੀਂ ਉਸ ਪਰਮੇਸ਼ਵਰ ਦੇ ਬੱਚੇ ਆ, ਸਤਿਗੁਰੂ ਦੇ ਬੱਚੇ ਆ, ਮੈਨੂੰ ਕੌਣ ਕੁਛ ਕਰ ਸਕਦਾ ਹੈ। ਤੇ ਕਹਿੰਦੇ ਉਸੇ ਵੇਲੇ ਹੀ ਜੋ ਵੀ ਸਾਹਮਣੇ ਸੀ ਸਾਡੇ ਉਹ ਗਾਇਬ ਹੋ ਗਈ ਪਰੇਸ਼ਾਨੀ। ਇਸੇ ਤਰ੍ਹਾਂ ਉਹ ਰਾਜੇ ਨੂੰ ਜਦੋਂ ਉਹਨਾਂ ਨੇ ਦਿੱਤੀ ਮੁੰਦਰੀ, ਕਹਿਣ ਲੱਗੇ ਕਿ ਇੱਕ ਸ਼ਰਤ ਹੈ ਕਿ ਇਹਨੂੰ ਉਦੋਂ ਤੱਕ ਨਹੀਂ ਇਹਨੂੰ ਕਰਨਾ ਜਦੋਂ ਤੱਕ ਜੀਵਨ ਚ ਕੋਈ ਤੇਰੇ ਕੋਲ, ਜੇ ਕੋਈ ਦੂਜਾ ਵਿਕਲਪ ਹੈਗਾ ਹੈ ਤੇ ਬਈ ਉਹ ਵਰਤ ਲਓ, ਪਰ ਜਦੋਂ ਬਹੁਤ ਜ਼ਿਆਦਾ ਕੋਈ ਪਰੇਸ਼ਾਨੀ ਹੋਵੇ ਉਦੋਂ ਇਹ ਤੂੰ ਕਰਨਾ ਹੈ। ਚਲੋ ਰਾਜਾ ਲੈ ਗਿਆ। ਬਹੁਤ ਵਾਰ ਉਹਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਹੋਇਆ ਕਈ ਵਾਰ ਕਿ ਉਹਨੂੰ ਲੱਗਾ ਕਿ ਬਸ ਹੁਣ ਤਾਂ ਕੰਮ ਖਤਮ ਹੈ, ਪਰ ਫਿਰ ਉਹਨੂੰ ਆਉਣਾ ਕਿ ਉਹਨਾਂ ਨੇ ਕਿਹਾ ਸੀ ਕਿ ਜੇ ਤੂੰ ਵਕਤ ਤੋਂ ਪਹਿਲਾਂ ਇਹ ਪਰਚੀ ਖੋਲ ਲਈ ਤੇ ਵਿਅਰਥ ਹੋ ਜਾਣੀ ਹੈ, ਇਹਦਾ ਕੋਈ ਅਸਰ ਨਹੀਂ ਰਹਿਣਾ, ਕੋਈ ਇਹਦਾ ਅਰਥ ਨਹੀਂ ਰਹਿਣਾ, ਇਸ ਕਰਕੇ ਬਿਲਕੁਲ ਲਾਸਟ ਤੇ ਇਹਨੂੰ ਕਰਨਾ ਹੈ। ਫਿਰ ਉਹਨੇ ਸੋਚ ਕੇ ਉੱਚੋਂ ਨਿਕਲ ਜਾਣਾ, ਅੱਗੇ ਚਲ ਜਾਣਾ। ਕਰਦਿਆਂ ਕਰਦਿਆਂ ਟਾਈਮ ਬੀਤਦਾ ਗਿਆ, ਕਈ ਸਾਲ ਲੰਘ ਗਏ, ਔਰ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਨਾਲ ਦੇ ਰਾਜੇ ਨੇ ਹਮਲਾ ਕੀਤਾ ਤੇ ਉਸ ਰਾਜੇ ਦੀ ਸਾਰੀ ਸੈਨਾ ਜਿਹੜੀ ਸੀ ਉਹਦੇ ਵਿੱਚ ਸ਼ਹੀਦ ਹੋ ਗਈ, ਤੇ ਉਹ ਰਾਜਾ ਜਿਹੜਾ ਸੀ ਖਤਮ ਹੋ ਗਈ, ਤੇ ਰਾਜਾ ਆਪਣੇ ਕੁਝ ਸੈਨਿਕਾਂ ਨਾਲ ਦੌੜਾ ਜਾ ਰਿਹਾ ਸੀ ਰਾਜ ਛੱਡ ਕੇ। ਕੁਝ ਸੈਨਿਕ ਦੂਸਰੇ ਰਾਜੇ ਦੇ ਮਗਰ ਲੱਗੇ ਸੀ, ਉਹ ਵੀ ਵਿੱਚੋਂ ਸਾਥ ਛੱਡਦੇ ਗਏ, ਔਰ ਲਾਸਟ ਤੇ ਜਾ ਕੇ ਕੋਈ 2-4 ਜਿਹੜੇ ਉਹਦੇ ਨਾਲ ਰਹਿ ਵੀ ਗਏ, ਉਹ ਵਿਚਾਰੇ ਡਰਦੇ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਸੈਨਿਕ ਤੇ ਪਿੱਛਾ ਨਹੀਂ ਛੱਡ ਰਹੇ, ਉਹ ਵੀ ਉਹਨਾਂ ਦੇ ਨਾਲ ਹੱਥ ਮਿਲਾ ਲਏ ਤੇ ਨਿਕਲ ਗਏ। ਰਾਜਾ ਇਕੱਲਾ ਅੱਗੇ ਭੱਜ ਰਿਹਾ ਸੀ, ਜੰਗਲ ਦੇ ਵਿੱਚ ਦੌੜਾ ਜਾ ਰਿਹਾ, ਔਰ ਇੱਕ ਜਗ੍ਹਾ ਐਸਾ ਹੋਇਆ ਕਿ ਅੱਗੇ ਦਲਦਲ ਆ ਗਈ, ਪਿੱਛੇ ਸੈਨਿਕ ਲੱਗੇ ਆ, ਅੱਗੇ ਦਲਦਲ ਆ, ਬੜਾ ਹੁਣ ਕੀ ਕਰਾਂ, ਹੁਣ ਤੇ ਦੋਨੋਂ ਬੰਨੇ ਮੌਤ ਹੈ। ਔਰ ਬਿਲਕੁਲ ਪਰੇਸ਼ਾਨ ਹੋ ਗਿਆ, ਨਿਰਾਸ਼ ਹੋ ਗਿਆ ਕਿ ਬਸ ਹੁਣ ਤਾਂ ਕੰਮ ਖਤਮ ਹੈ ਸਾਰੇ। ਬਹੁਤ ਜਦੋਂ ਨਿਰਾਸ਼ ਹੋ ਗਿਆ, ਕਹਿਣ ਲੱਗਾ ਕਿ ਹੁਣ ਤੇ ਖਤਮ ਹੈ ਸਭ ਕੁਛ, ਤੇ ਸਾਰਾ ਰਾਜ ਵੀ ਚਲਾ ਗਿਆ, ਸਾਰੀ ਸੈਨਾ ਵੀ ਖਤਮ ਹੋ ਗਈ ਹੈ। ਬੜਾ ਪਰੇਸ਼ਾਨ ਹੋ ਕੇ ਤੇ ਬੜੇ ਦੌੜਾ ਜਾਂਦਾ, ਮਨ ਚ ਆਇਆ ਕਿ ਹੁਣ ਤਾਂ ਅੱਜ ਦਾ ਦਿਨ ਆਖਰੀ ਹੈ ਮੇਰਾ। ਥੋੜਾ ਜਿਹਾ ਜਦੋਂ ਵੇਖਿਆ ਕਿ ਹੁਣ ਕੋਈ ਰਾਹ ਹੀ ਨਹੀਂ ਹੈਗਾ, ਤੇ ਇੱਕਦਮ ਹੱਥ ਜੋੜ ਕੇ ਜਿਸ ਤਰ੍ਹਾਂ ਉੱਪਰ ਨੂੰ ਕਰਨ ਲੱਗਾ ਤੇ ਧਿਆਨ ਪੈ ਗਿਆ ਉਸ ਮੁੰਦਰੀ ਤੇ। ਕਹਿਣ ਲੱਗਾ ਕਿ ਗੁਰੂ ਨੇ ਆਖਿਆ ਕਿ ਜਦੋਂ ਕੋਈ ਵਿਕਲਪ ਨਹੀਂ ਮਿਲੇ ਉਦੋਂ ਇਹਨੂੰ ਕਰਨਾ ਹੈ, ਤੇ ਅੱਜ ਤੇ ਖਤਮ ਹੀ ਆ, ਮੈਂ ਹੁਣ ਪਿੱਛੇ ਸੈਨਿਕ ਲੱਗੇ ਨੇ, ਅੱਗੇ ਦਲਦਲ ਆ, ਸਾਰੇ ਸੈਨਿਕ ਵੀ ਸਾਰੇ ਸ਼ਹੀਦ ਹੋ ਗਏ, ਤੇ ਹੁਣ ਕਰਦਾ। ਉਹਨੇ ਮੁੰਦਰੀ ਦਾ ਨਗ ਜਿਹੜਾ ਸੀ ਉੱਤੋਂ ਉਤਾਰਿਆ, ਥੱਲਿਓਂ ਇੱਕ ਪਰਚੀ ਨਿਕਲੀ, ਤੇ ਪਰਚੀ ਨਿਕਲੀ ਤੇ ਜਦੋਂ ਪੜ੍ਹੀ ਤੇ ਉੱਤੇ ਲਿਖਿਆ ਕੀ ਸੀ, ਸਿਰਫ ਕਿ ਇਹ ਵਕਤ ਵੀ ਬੀਤ ਜਾਏਗਾ। ਬਸ ਇੰਨਾ ਪੜ੍ਹ ਕੇ ਉਹਨੂੰ ਹੱਸਣ ਆ ਗਿਆ ਕਿ ਬਈ ਇੰਨੀ ਕੀ ਗੱਲ ਸੀ, ਕਿ ਇੰਨੀ ਦੇਰ ਤੋਂ ਮੈਂ ਸੰਭਾਲ ਕੇ ਰੱਖਿਆ ਸੀ ਕਿ ਪਤਾ ਨਹੀਂ ਕਿਹੜਾ ਮੰਤਰ ਹੋਣਾ ਵਿੱਚ ਕਿ ਜਿਹੜਾ ਕਿਸ ਤਰ੍ਹਾਂ ਹੈ, ਤੇ ਜਦੋਂ ਪੜ੍ਹਿਆ ਤੇ ਲਿਖਿਆ ਕਿ ਇਹ ਵਕਤ ਵੀ ਬੀਤ ਜਾਏਗਾ। ਥੋੜਾ ਜਿਹਾ ਮਨ ਨੂੰ ਸਕੂਨ ਹੋਇਆ, ਕਹਿਣ ਲੱਗਾ, ਸੋਚਿਆ ਵਾਕਿਆ ਵਿਚਾਰ ਕਰਨ ਲੱਗਾ ਕਿ ਐਸਾ ਤਾਂ ਨਹੀਂ ਹੋ ਸਕਦਾ ਕਿ ਗੁਰੂ ਨੇ ਕੋਈ ਐਵੇਂ ਗੱਲ ਕੀਤੀ ਹੋਵੇ, ਕਿਉਂਕਿ ਮੈਨੂੰ ਜਦੋਂ ਸਾਰੀ ਗੱਲ ਯਾਦ ਆਈ ਕਿ ਗੁਰੂ ਨੂੰ ਜਿਹੜੀ ਕਹੀ ਸੀ, ਉਹਨੇ ਕਿਹਾ ਸੀ ਕਿ ਇਹ ਪਰਚਾ ਰੱਖ ਲੈ, ਇਹ ਤੇਰਾ ਹਰ ਜ਼ਿੰਦਗੀ 'ਚ ਕੰਮ ਆਏਗਾ, ਜਦੋਂ ਖੁਸ਼ੀ ਦਾ ਟਾਈਮ ਹੋਵੇ, ਗਮੀ ਦਾ ਟਾਈਮ ਹੋਵੇ, ਕੰਮ ਇਹ ਤੇਰੇ ਕੰਮ ਆਏਗਾ। ਉੱਥੇ ਜਦੋਂ ਵੇਖਿਆ, ਉਹਨੇ ਸੋਚਿਆ ਕਿ ਵਾਕਈ ਹੀ ਇੰਨਾ ਟਾਈਮ ਮੈਂ ਰਾਜ ਭੋਗਿਆ, ਸਭ ਕੁਝ ਉਹ ਵੀ ਲੰਘ ਗਿਆ, ਤੇ ਅੱਜ ਇਹ ਵਕਤ ਪਿਆ ਹੈ, ਤੇ ਫਿਰ ਕੀ ਹੋ ਜਾਏਗਾ। ਕੋਈ ਨਹੀਂ, ਉਹ ਲੰਘ ਗਿਆ ਤੇ ਇਹ ਵੀ ਦੁੱਖ ਦਾ ਟਾਈਮ ਠਹਿਰ ਤਾਂ ਨਹੀਂ ਗਿਆ, ਇਹ ਵੀ ਕੁਛ ਨਾ ਕੁਛ ਲੰਘੇਗਾ। ਵਿਚਾਰਾਂ ਕਰਦਾ ਉੱਥੇ, ਮਤਲਬ ਆਪਣਾ ਇੱਕ ਸਾਈਡ ਤੇ ਆਪਣੇ ਵੱਲੋਂ ਜੋ ਵੀ ਮੈਂ ਪਹਿਲਾਂ ਕਿਹਾ ਕਰਮ ਕਰਨਾ ਆਪਣਾ ਹੁੰਦਾ। ਦਲਦਲ ਸੀ, ਇੱਕ ਸਾਈਡ ਤੇ ਹੋ ਕੇ ਬੈਠ ਗਿਆ। ਸੈਨਿਕ ਪਿੱਛੇ ਆ ਰਹੇ ਸੀ, ਪਰ ਕੁਦਰਤੀ ਗੱਲ, ਸੈਨਿਕ ਉਹਨਾਂ ਦੇ ਵਿੱਚੋਂ ਜਿਹੜੇ ਜੰਗਲ ਨੂੰ ਜਾਣਦੇ ਸੀ, ਉਹਨੇ ਕਿਹਾ ਕਿ ਇਸ ਬੰਨੇ ਦੇਖਿਓ, ਕਹਿੰਦਾ ਇੱਧਰ ਤੇ ਦਲਦਲ ਹੈ, ਇੱਧਰ ਕਿੱਧਰ ਰਾਜੇ ਨੇ ਜਾਣਾ ਹੈ, ਦੂਰ ਤੱਕ ਤੇ ਸਾਹਮਣੇ ਦਿਸ ਰਿਹਾ ਹੈ, ਕੁਛ ਨਹੀਂ, ਇੱਥੇ ਜਾਏਗਾ ਦਲਦਲ ਚ ਵਿਆਹ ਹੀ ਮਰ ਜਾਣਾ ਉਹਨੇ, ਇੱਧਰ ਜਾਣ ਦਾ ਕੋਈ ਫਾਇਦਾ ਨਹੀਂ, ਆਪਾਂ ਹੋਰ ਕਿਸੇ ਸਾਈਡ ਤੇ ਲੱਭੀਏ। ਉਹ ਜਿਹੜੇ ਸੈਨਿਕ ਸੀ ਉਹ ਵੀ ਕਿਤੇ ਮੁੜ ਗਏ, ਔਰ ਭੜਕ ਭੁੜਕ ਕੇ ਵਾਪਸ ਚਲੇ ਗਏ, ਔਰ ਉਹਨਾਂ ਨੇ ਸੋਚ ਲਿਆ ਕਿ ਵੀ ਰਾਜਾ ਵੀ ਦਲਦਲ ਉਹ ਤਾਂ ਖਤਮ ਹੋ ਗਿਆ, ਕਿ ਸੈਨਿਕ ਤੇ ਕੋਈ ਰਿਹਾ ਨਹੀਂ ਹੁਣ ਕੋਈ। ਔਰ ਕੁਛ ਟਾਈਮ ਬਾਅਦ ਰਾਜਾ ਕੁਝ ਦੇਰ ਉੱਥੇ ਛੁਪਿਆ ਰਿਹਾ, ਫਿਰ ਤੋਂ ਉਹਨੇ ਇੱਕ ਟਾਈਮ ਆਇਆ, ਯਤਨ ਕੀਤਾ, ਹੌਲੀ ਹੌਲੀ ਉਹਨੇ ਸੈਨਾ ਇਕੱਠੀ ਕੀਤੀ। ਕੁਝ ਟਾਈਮ ਬਾਅਦ ਸਾਰਿਆਂ ਨੂੰ ਇਕੱਤਰ ਕਰਕੇ ਆਪਣੇ ਉਸੇ ਚੀਜ਼ ਤਰ੍ਹਾਂ ਸੈਨਾ ਇਕੱਠੀ ਕਰਕੇ ਹਮਲਾ ਕੀਤਾ, ਫਿਰ ਉਹਦੇ ਤੇ ਜਿੱਤ ਕੇ ਫਿਰ ਆਪਣਾ ਰਾਜ ਵਾਪਸ ਲਿਆ, ਸਭ ਕੁਛ ਆ ਗਿਆ। ਔਰ ਵਿਚਾਰ ਕਰਦਾ ਰਿਹਾ ਕਿ ਜੇ ਮੈਂ ਉਸ ਟਾਈਮ ਦੇ ਉੱਤੇ
ਕੋਈ ਗਲਤ ਕਦਮ ਸੁੱਟ ਲੈ, ਜੇ ਸ਼ਾਂਤ ਨਾ ਹੁੰਦਾ, ਜੇ ਉਹ ਮੈਨੂੰ ਹੌਸਲਾ ਨਾ ਮਿਲਦਾ, ਤੇ ਵਾਕਈ ਹੀ ਇਸ ਤਰ੍ਹਾਂ ਹੋਣਾ ਸੀ ਉਹਨਾਂ ਨੇ ਕੰਮ ਕੀਤਾ। ਔਰ ਫਿਰ ਜਦੋਂ ਜਿੱਤ ਗਿਆ, ਜਿੱਤ ਕੇ ਸਭ ਕੁਝ ਮਿਲ ਗਿਆ, ਆਪਣੇ ਦੁਸ਼ਮਣਾਂ ਨੂੰ ਖਤਮ ਕਰ ਦਿੱਤਾ ਸਭ ਕੁਝ, ਤੇ ਫਿਰ ਇੱਕ ਟਾਈਮ ਐਸਾ ਆਇਆ ਕਿ ਬਹੁਤ ਰਾਜੇ ਨੂੰ ਆਪਣੇ ਤੇ ਮਾਣ ਹੋ ਗਿਆ, ਹੰਕਾਰ ਹੋ ਗਿਆ ਕਿ ਦੇਖੋ ਜੀ ਮੈਂ ਤੇ ਆਹ ਕਰ ਲਿਆ, ਉਹ ਕਰ ਲਿਆ। ਫਿਰ ਇੱਕ ਦਿਨ ਜਦੋਂ ਬਹੁਤ ਚੀਜ਼ਾਂ ਜਿਸ ਤਰ੍ਹਾਂ ਹੁੰਦੀਆਂ ਨੇ ਕਿ ਬਹੁਤ ਹੰਕਾਰੀ ਹੋ ਜਾਂਦੇ, ਚੀਜ਼ਾਂ ਸੁੱਟ ਰਹੇ ਹੁੰਦੇ ਆ, ਨਵੀਆਂ ਨਵੀਆਂ ਚੀਜ਼ਾਂ ਅਸੀਂ ਕਰ ਰਹੇ, ਤੇ ਉਸ ਦੇ ਵਿੱਚ ਫਿਰ ਉਹੀ ਮੁੰਦਰੀ ਹੱਥ 'ਚ ਆ ਗਈ। ਜਦੋਂ ਫਿਰ ਉਹ ਪੜਿਆ, ਫਿਰ ਮਨ ਥੋੜਾ ਡਰ ਵੀ ਗਿਆ, ਕਹਿੰਦਾ ਉਹ ਫਿਰ ਲਿਖਿਆ ਸੀ ਕਿ ਇਹ ਵੀ ਵਕਤ ਬੀਤ ਜਾਏਗਾ, ਲਿਖਿਆ ਹੋਈ ਸੀ। ਫਿਰ ਮਨ 'ਚ ਆਇਆ ਕਿ ਜੇ ਵਾਕਈ ਉਹ ਨਹੀਂ ਰਿਹਾ ਤੇ ਰਹਿਣਾ ਇਹ ਵੀ ਨਹੀਂ ਹੈਗਾ, ਫਿਰ ਤੇ ਕਾਹਦਾ ਹੰਕਾਰ ਕਰਨਾ ਹੈ। ਠੀਕ ਹੈ ਨਾ। ਇਸ ਲਈ ਬੈਲੈਂਸ ਚਾਹੀਦਾ ਹੈ ਸਾਡੇ ਜੀਵਨ ਦੇ ਵਿੱਚ। ਜਦੋਂ ਤੱਕ ਉਹ ਬੈਲੈਂਸ ਨਹੀਂ ਹੋਏਗਾ, ਉਦੋਂ ਤੱਕ ਅਸੀਂ ਜਿਸ ਤਰ੍ਹਾਂ ਤੱਕੜੀ ਦੇ ਦੋ ਛਾਬੇ ਹੁੰਦੇ, ਕਦੀ ਉੱਤੇ ਕਦੀ ਥੱਲੇ, ਚੱਲਦਾ ਹੀ ਰਹਿੰਦਾ ਹੈ। ਜਦੋਂ ਅਸੀਂ ਬਿਲਕੁਲ ਉਹਦੇ ਤੇ ਆਵਾਂਗੇ, ਜਿਸ ਤਰ੍ਹਾਂ ਅਸੀਂ ਪਲੰਗ ਤੇ ਸੌਂਦੇ ਹਾਂ, ਤੇ ਜੇ ਪਲੰਗ ਵਿੰਗਾ ਟੇਢਾ ਹੋਵੇ ਨੀਂਦ ਨਹੀਂ ਆਉਂਦੀ, ਜੇ ਹਿਲਦਾ ਰਹੇ ਨੀਂਦ ਨਹੀਂ ਆਉਂਦੀ। ਇਸੇ ਤਰ੍ਹਾਂ ਜੇ ਜੀਵਨ ਦੇ ਵਿੱਚ ਉਹ ਨਹੀਂ ਆਏਗਾ, ਠਹਿਰਾਵ ਨਹੀਂ ਆਏਗਾ, ਤੇ ਕਦੀ ਵੀ ਉਹ ਨਹੀਂ ਗੱਲ ਬਣੇਗੀ। ਔਰ ਠਹਿਰਾਵ ਕਿਹਦੇ ਨਾਲ ਆਉਣਾ ਹੈ? ਸਤਿਗੁਰਾਂ ਦੇ ਬਚਨਾਂ ਦੇ ਨਾਲ। ਇਸ ਲਈ ਇਸ ਜੀਵਨ ਦੀ ਕੀਮਤ ਨੂੰ ਸਮਝਣਾ ਹੈ। ਅੱਜ ਦਾ ਜਿਹੜਾ ਸਤਸੰਗ ਦਾ ਸਾਰ ਹੈ ਉਹ ਹੀ ਹੈ ਕਿ ਠੀਕ ਹੈ, ਬਹੁਤ ਵਚਨ ਅਸੀਂ ਸੁਣੇ ਨੇ, ਸਤਿਗੁਰਾਂ ਨੇ ਬਾਣੀ ਚੋਂ ਬਹੁਤ ਹੀ ਉਦਾਹਰਨਾਂ ਲੈ ਕੇ, ਬਹੁਤ ਵਚਨ ਸਾਨੂੰ ਦੱਸ ਕੇ ਹਰ ਤਰ੍ਹਾਂ ਸਾਨੂੰ ਸਮਝਾਇਆ ਹੈ। ਲੇਕਿਨ ਫਿਰ ਵੀ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਅਸੀਂ ਬਹੁਤ ਮਾਣ ਵੀ ਕਰਦੇ ਹਾਂ। ਇੱਥੇ ਹੀ ਕਈ ਬੱਚੇ ਕੈਨੇਡਾ ਦੇ ਵਿੱਚ ਐਸੇ ਕਿ ਜਿਨ੍ਹਾਂ ਨੂੰ 25 25 30 30 ਸਾਲ ਹੋ ਗਏ ਆਇਆਂ ਨੂੰ, ਹੋਰ ਵੀ ਕਈ ਐਸੇ ਜਗ੍ਹਾ ਤੇ ਜਾਣ ਦਾ ਮੌਕਾ ਮਿਲਦਾ ਹੈ, ਤੇ ਠੀਕ ਹੈ, ਮਾਣ ਬੜਾ ਹੁੰਦਾ ਹੈ ਕਿ ਸਾਨੂੰ ਸਤਿਗੁਰ ਪੂਰੇ ਮਿਲੇ, ਸਾਡਾ ਇਸ ਤਰ੍ਹਾਂ। ਪਰ ਫਿਰ ਵੀ ਕਈ ਕਿਸੇ ਨਾ ਕਿਸੇ ਗੱਲ ਤੋਂ ਪਰੇਸ਼ਾਨੀ ਹੁੰਦੀ ਹੈ, ਪਰੇਸ਼ਾਨ ਹੁੰਦੇ ਆ, ਤੇ ਫਿਰ ਦੇਖਦੇ ਆ ਕਿ ਵੀ ਇਹ ਟਾਈਮ ਜਿਹੜਾ ਕਿਸ ਤਰ੍ਹਾਂ ਨਿਕਲ ਰਿਹਾ ਸਾਰਾ। ਇਸ ਲਈ ਹਮੇਸ਼ਾ ਆਪਣੇ ਨਿਸ਼ਾਨੇ ਵੱਲ ਧਿਆਨ ਰੱਖੀਏ। ਹੁਣ ਵੀ ਜਿਸ ਤਰ੍ਹਾਂ ਛੋਟੀ ਜਿਹੀ ਗੱਲ ਦੱਸਦੇ ਆ, ਹੁਣ ਇਹ ਥੋੜਾ ਜਿਹਾ ਵਿੱਚ ਲੱਗਾ ਮਿਊਜ਼ਿਕ ਜਿਹਾ, ਠੀਕ ਹੈ ਨਾ, ਸਾਡਾ ਸਭ ਦਾ ਧਿਆਨ ਭਟਕਣਾ ਸ਼ੁਰੂ ਹੋ ਗਿਆ, ਧਿਆਨ ਖਿੱਚਿਆ ਨਾ ਉਹਨੇ। ਬਸ ਅਸੀਂ ਇਹੋ ਹੀ ਚੀਜ਼ ਸਿੱਖਣੀ ਹੈ ਸਰ। ਇਹ ਸਿਰਫ ਉਦਾਹਰਨ ਸਤਿਗੁਰ ਹੀ ਸਾਨੂੰ ਦਿੰਦੇ ਨੇ ਕੋਈ ਨਾ ਕੋਈ, ਕਿਉਂਕਿ ਕਈ ਵਾਰ ਬੜਾ ਸ਼ਾਂਤੀ ਨਾਲ ਜੀਵਨ ਗੁਜ਼ਰ ਰਿਹਾ ਹੁੰਦਾ ਹੈ, ਇੱਕੋ ਹੀ ਖਿਆਲ ਆਉਂਦਾ ਮਨ 'ਚ, ਕੋਈ ਨੈਗੇਟਿਵ ਜਿਹਾ ਕੋਈ ਆਉਂਦਾ ਹੈ, ਉਹ ਹੋ ਕਿਤੇ ਏਦਾਂ ਨਾ ਹੋ ਜਾਏ, ਸਾਰੀ ਖੁਸ਼ੀ ਗਾਇਬ। ਠੀਕ ਹੈ ਨਾ। ਇਸੇ ਤਰ੍ਹਾਂ ਹੀ ਬਸ ਇਸ ਚੀਜ਼ ਨੂੰ ਜਾਣੀਏ, ਸਮਝੀਏ ਕਿ ਗੱਲ ਕੁਛ ਨਹੀਂ ਹੈਗੀ ਸਰ, ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਜੀਵਨ ਦੇ ਵਿੱਚ ਬੇਟੇ, ਕਦੀ ਵੀ ਉਹ ਨਹੀਂ ਹੁੰਦਾ। ਤੁਸੀਂ ਜਿੱਥੇ ਮਰਜ਼ੀ ਜਾਓ, ਜਿਹੜੇ ਮਰਜ਼ੀ ਪਿੰਡ, ਸ਼ਹਿਰ, ਦੇਸ਼ ਵਿਦੇਸ਼, ਜਿੱਥੇ ਮਰਜ਼ੀ ਚਲੇ ਜਾਵਾਂਗੇ, ਲੇਕਿਨ ਬਈ ਹਰ ਜਗ੍ਹਾ ਹੀ ਉਹ ਚੀਜ਼ ਹੈਗੀ ਹੈ। ਮਨ ਤਾਂ ਨਾਲ ਹੀ ਹੈ ਨਾ, ਕੋਈ ਬਾਹਰਲੀ ਚੀਜ਼ ਨਹੀਂ ਸਾਨੂੰ ਕਰ ਰਹੀ, ਸਾਡਾ ਮਨ ਹੀ ਸਾਨੂੰ ਉੱਪਰ ਥੱਲੇ ਕਰ ਰਿਹਾ। ਇੱਕ ਲਾਟਰੀ ਪਾ ਲਈ, ਠੀਕ ਹੈ ਨਾ, ਤੇ ਇੱਕ ਸੁਪਨਾ ਆ ਗਿਆ ਰਾਤ ਨੂੰ ਕਿ ਉਹ ਲਾਟਰੀ ਲੱਗ ਗਈ ਹੈ, ਤੇ ਖੁਸ਼ ਹੋ ਗਏ, ਸਵੇਰੇ ਐ ਖੁਸ਼ੀ ਨਾਲ ਲੱਗਦਾ ਹੈ ਕਿ ਬਸ ਜੀ ਕੰਮ ਹੋ ਗਿਆ ਹੁੰਦੇ, ਠੀਕ ਹੈ ਨਾ। ਔਰ ਜੇ ਕੋਈ ਉਹੀ ਅਸਲੀਅਤ ਨਾਲ ਕੋਈ ਮਤਲਬ ਨਹੀਂ ਹੈ, ਕੋਈ ਸੁਪਨਾ ਹੀ ਐਸਾ ਆ ਗਿਆ, ਸੁਪਨੇ ਦੇ ਵਿੱਚ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ, ਕੋਈ ਗੱਲ ਹੋ ਗਈ, ਬੰਦਾ ਸਾਰੇ ਦਿਨ ਪਰੇਸ਼ਾਨ, ਮਨ ਦਾ ਇੱਕ ਖਿਆਲ ਹੀ ਜਿਹੜਾ ਭਜਾਈ ਫਿਰਦਾ। ਸਾਨੂੰ ਗੁਰੂ ਤੇ ਉਹਦੇ ਰਸਤੇ ਤੇ ਉਹਦੇ ਬਚਨਾਂ ਤੇ ਵਿਸ਼ਵਾਸ ਨਹੀਂ ਹੁੰਦਾ ਪੂਰਾ। ਇਸ ਲਈ ਕਰਮ ਕਰਨਾ ਹੈ, ਮਿਹਨਤ ਕਰਨੀ ਹੈ, ਸਾਡਾ ਸਭ ਤੋਂ ਵੱਧ ਜ਼ੋਰ ਉੱਚੀ ਲੱਗਣਾ ਹੈ ਮਨ ਨੂੰ ਪਕੜਨ ਦੇ, ਮਨ ਨੂੰ ਥੋੜਾ ਘੇਰ ਕੇ ਰੱਖਣ ਦੇ ਵਿੱਚ। ਜੋ ਮਰਜ਼ੀ ਹੋਵੇ, ਅਸੀਂ ਪਿੱਛੇ ਜਦੋਂ ਇਤਿਹਾਸ ਦੇਖਦੇ ਹਾਂ ਜਾਂ ਕੋਈ ਐਸੀ ਤਸਵੀਰਾਂ ਦੇਖਦੇ ਹਾਂ ਜਿੱਥੇ ਕੋਈ ਵੀ ਮਹਾਤਮਾ ਧਿਆਨ 'ਚ ਬੈਠੇ ਨੇ, ਸਮਾਧੀ 'ਚ ਬੈਠੇ ਨੇ, ਤੇ ਤੁਸੀਂ ਦੇਖਿਆ ਹੈ ਕਿ ਜੋ ਮਰਜ਼ੀ, ਕਈ ਐਸੀਆਂ ਸਾਖੀਆਂ ਵੀ ਹੈਗੀਆਂ ਕਿ ਕਈ ਕੁਛ ਹੁੰਦਾ ਰਿਹਾ ਉੱਥੇ, ਬਹੁਤ ਚੀਜ਼ਾਂ ਜਿਹੜੀਆਂ ਹੋਈਆਂ। ਕਈ ਵਾਰ ਤਾਂ ਕਿਸੇ ਨੇ ਆਣ ਕੇ ਉਹਨਾਂ ਨੂੰ ਆਵਾਜ਼ਾਂ ਮਾਰੀਆਂ, ਕਿਸੇ ਨੇ ਉਹਨਾਂ ਨੂੰ ਦੁੱਖ ਪਹੁੰਚਾਇਆ, ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਐਸਾ ਵਾਰ ਵੀ ਕੀਤੇ ਉਹਨਾਂ ਤੇ। ਬੜੀਆਂ ਸਾਖੀਆਂ ਨੇ, ਕਿਸੇ ਦੇ ਕੋਈ ਸੱਪ ਗਲ 'ਚ ਪਾ ਤਾ, ਕਿਸੇ ਦੇ ਕੁਛ ਕਰ ਦਿੱਤਾ ਗਿਆ ਹੈ, ਲੇਕਿਨ ਉਹਨਾਂ ਨੇ ਕੋਈ ਫਰਕ ਨਹੀਂ ਪਿਆ, ਕਿਉਂਕਿ ਉਹਨਾਂ ਆਪਣੇ ਮਨ ਨੂੰ ਇੰਨੀ ਮਜ਼ਬੂਤੀ ਦੇ ਨਾਲ ਉੱਥੇ ਸਥਿਰ ਕੀਤਾ ਹੁੰਦਾ ਹੈ, ਕੋਈ ਚੀਜ਼ ਦਾ ਫਰਕ ਨਹੀਂ ਪੈਂਦਾ। ਇਸ ਲਈ ਹਮੇਸ਼ਾ ਉਸ ਚੀਜ਼ ਤੇ ਮਨ ਦੇ ਦੂਸਰੇ ਦੁਨੀਆ ਨੂੰ, ਸਾਡੇ ਕੋਲ ਬੇਟੇ ਕੋਈ ਵੀ ਐਸੀ ਤਾਕਤ ਨਹੀਂ ਹੈਗੀ ਕਿ ਅਸੀਂ ਦੁਨੀਆ ਨੂੰ ਬਦਲ ਸਕੀਏ।
हाँ, पर एक ताकत परमात्मा ने सानू सारिਆਂ ਨੂੰ ਦਿੱਤੀ ਹੈ, ਉਹ ਕੀ ਹੈ ਕਿ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ। ਘਰਾਂ ਦੇ ਵਿੱਚ ਲੜਾਈਆਂ ਕਲੇਸ਼ ਉਹ ਵੀ ਇਸੇ ਕਰਕੇ ਨੇ, ਅਸੀਂ ਦੂਜਿਆਂ ਨੂੰ ਬਦਲਣ 'ਚ ਲੱਗੇ ਰਹਿੰਦੇ ਹਾਂ। ਸਾਰੀ ਉਮਰ ਦੂਜਿਆਂ ਤੇ ਜ਼ੋਰ ਲਾਈ ਜਾਂਦੇ ਹਾਂ, ਯਾਰ ਇਹ ਬਦਲਦਾ ਨਹੀਂ, ਬੜੀ ਵਾਰੀ ਸਮਝਾਇਆ ਇਹ ਨਹੀਂ ਬਦਲਦਾ। ਠੀਕ ਹੈ ਨਾ ਬਈ, ਕਿਸੇ ਨੂੰ ਕਿਸ ਤਰ੍ਹਾਂ ਬਦਲ ਸਕਦੇ ਆ। ਹੁਣ ਮੈਂ ਬੈਠਾ ਇੱਥੇ, ਠੀਕ ਹੈ ਨਾ, ਹੁਣ ਮੈਂ ਗੱਲ ਕਰਦਾ, ਹੱਥ ਉੱਪਰ ਕਰਾਂ ਥੱਲੇ ਕਰਾਂ ਜਿੱਧਰ ਮਰਜ਼ੀ ਕਰਾਂ, ਮਨ ਕਰੀ ਜਾ ਰਿਹਾ। ਹੁਣ ਇੱਥੋਂ ਕਿਸੇ ਨੂੰ ਕਵਾਂ, ਉਹਦੀ ਮਰਜ਼ੀ, ਉਹ ਕਰੇ ਨਾ ਕਰੇ। ਠੀਕ ਹੈ ਨਾ, ਤੇ ਸਾਡੇ ਕੋਲ ਐਸੀ ਤਾਕਤ ਨਹੀਂ ਹੈ। ਇਸ ਲਈ ਜਿਹੜੀ ਪਰਮਾਤਮਾ ਨੇ ਤਾਕਤ ਦਿੱਤੀ ਹੈ ਸਾਨੂੰ, ਉਹਨੂੰ ਤਾਂ ਪਕੜੀਏ ਪੂਰਾ। ਦੇਖੋ ਇਤਿਹਾਸ ਦੇ ਵਿੱਚ ਕਿੰਨਾ ਕਿੰਨਾ ਕੁਛ ਹੋਇਆ। ਸਿੱਖਾਂ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ, ਉਹਨਾਂ ਨੇ ਬੰਦ ਬੰਦ ਕਟਵਾ ਦਿੱਤੇ, ਸੂਲੀਆਂ ਤੇ ਚੜ ਗਏ, ਦੇਗਾਂ ਤੇ ਸਤਿਗੁਰ ਬੈਠ ਗਏ, ਸਭ ਕੁਛ ਹੋ ਗਿਆ, ਪਰ ਕਿਸੇ ਨੂੰ ਵੀ ਉਹਨਾਂ ਨੇ ਕੋਈ ਮਾੜਾ ਲਫ਼ਜ਼ ਨਹੀਂ ਬੋਲਿਆ, ਕਿਉਂਕਿ ਸਭ ਤੋਂ ਵੱਡੀ ਚੀਜ਼ ਜਿਹੜੀ ਸੀ ਉਹਨਾਂ ਦੇ ਪਾਸ ਸੀ। ਸਾਨੂੰ ਕੋਈ ਜਰਾ ਜਿਹਾ ਵੀ ਕਵੇ, ਅਸੀਂ ਕੋਈ ਘੱਟ ਕਰਾਂਗੇ। ਇਸ ਲਈ ਬਸ ਇਸ ਜੀਵਨ ਦੀ ਕੀਮਤ ਨੂੰ ਸਮਝਣਾ ਹੈ, ਇਹਨੂੰ ਵਿਅਰਥ ਨਾ ਜਾਵੇ। ਦੇਖੋ ਟਾਈਮ, ਮੈਂ ਫਿਰ ਕਹਿ ਰਿਹਾ ਕਿ ਟਾਈਮ ਸਾਨੂੰ ਸਭ ਨੂੰ ਹੁੰਦਾ ਹੈ ਕਿ ਵੀ ਟਾਈਮ ਹੋ ਰਿਹਾ, ਲੇਟ ਹੋ ਰਹੇ, ਆਹ ਚੀਜ਼ਾਂ ਹੋ ਰਹੀਆਂ, ਉਹ ਚੀਜ਼ਾਂ ਹੋ ਰਹੀਆਂ, ਔਰ ਜਿਹੜਾ ਟਾਈਮ ਸਾਡਾ ਵੈਸੇ ਲੰਘ ਰਿਹਾ ਉਹਦਾ ਪਤਾ ਹੀ ਨਹੀਂ ਹੈ ਕਿੰਨਾ ਟਾਈਮ ਸਾਡਾ ਲੰਘ ਗਿਆ, ਕਿੰਨਾ ਕਿੰਨਾ ਜੀਵਨ ਵੇਸਟ ਹੀ ਸਾਡੇ ਜਿਹੜਾ ਚਲਾ ਗਿਆ ਹੈ, ਸਾਨੂੰ ਉਹਦੀ ਕੋਈ ਸਮਝ ਨਹੀਂ ਹੈ। ਔਰ ਖਾਸ ਕਰਕੇ ਜਦੋਂ ਅਸੀਂ ਕੋਈ ਸਤਸੰਗ, ਕੋਈ ਅਸੀਂ ਐਸੀ ਜਗ੍ਹਾ ਤੇ ਕੋਈ ਜਾਂਦੇ ਹਾਂ, ਉੱਥੇ ਮਨ ਬੜਾ ਕਾਹਲੀ ਕਰਦਾ ਹੈ ਨਾ। ਬਸ ਹੌਲੀ ਹੌਲੀ ਇਸ ਚੀਜ਼ ਨੂੰ ਸਮਝ ਕੇ ਉਹਨੂੰ ਮਨ ਨੂੰ ਟਿਕਾਈਏ, ਸਤਿਗੁਰ ਦਇਆ ਕਿਰਪਾ ਕਰਨ। ਕਿਉਂਕਿ ਬੇਟੇ ਇਸ ਜੀਵਨ ਦੀ ਕੀਮਤ ਜਿਹੜੀ ਹੈ, ਜਿਹਨੂੰ ਤਾਂ ਸਮਝ ਆ ਗਈ, ਜੋ ਜਿੰਨੀ ਜਿੰਨੀ ਇਹਦੀ ਕੀਮਤ ਪਾਲੀ ਉਹਨੂੰ ਮਿਲਦਾ ਹੈ। ਔਰ ਸਤਿਗੁਰ ਸਾਨੂੰ ਇਸ ਜੀਵਨ ਦੀ ਕੀਮਤ ਬਾਰੇ ਹੀ ਦੱਸਦੇ ਨੇ। ਬਾਣੀ 'ਚ ਉਹਨਾਂ ਫਰਮਾਇਆ ਕਿ ਦੁਰਲਭ ਦੇ ਪਾਈ ਵਡਭਾਗੀ, ਨਾਮ ਨਾ ਜਪਤੇ ਆਤਮ ਘਾਤੇ। ਫਿਰ ਉਹਨਾਂ ਫਰਮਾਇਆ ਕਿ ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤਨੇ ਕਾਮ, ਮੇਰੇ ਸਾਧ ਸੰਗਤ ਭਜ ਕੇ ਬਲ ਨਾਮ। ਉਹ ਤਾਂ ਜ਼ੋਰ ਲਗਾ ਰਹੇ ਨੇ ਪੂਰਾ ਆਪਣਾ, ਉਸ ਚੀਜ਼ ਨੂੰ ਕਰ ਰਹੇ ਨੇ, ਦੱਸ ਰਹੇ ਨੇ ਕਿ ਕੀ ਕੀਮਤ ਹੈ ਤੁਹਾਡੇ ਇਸ ਦੀ। ਪਰ ਅਸੀਂ ਸਿਰਫ ਤੇ ਸਿਰਫ ਬੜੇ ਛੋਟੀ ਛੋਟੀ ਇਹਦੀ ਰੱਖੀ ਹੈ। ਛੋਟੀ ਜਿਹੀ ਇੱਕ ਗੱਲ ਕਰਕੇ ਨਾਲ ਸਮਾਪਤੀ ਕਰਦੇ ਹਾਂ, ਸਿਰਫ ਸਮਝਾਉਣ ਵਾਸਤੇ। ਅਸੀਂ ਜਿਸ ਤਰ੍ਹਾਂ ਅਸੀਂ ਕੀਮਤ ਦੀ ਗੱਲ ਆ ਗਈ, ਇਸੇ ਤਰ੍ਹਾਂ ਹੀ ਸਤਸੰਗ ਦੇ ਵਿੱਚ ਸੇਵਕ ਆਉਂਦੇ ਸੀ ਰੋਜ਼। ਇੱਕ ਸਿੱਖ ਪੁੱਛਣ ਲੱਗਾ ਇੱਕ ਵਾਰ ਕਿ ਮਹਾਰਾਜ ਜੀ ਤੁਸੀਂ ਰੋਜ਼ ਹੀ ਕਹਿੰਦੇ ਰਹਿੰਦੇ ਹੋ ਕਿ ਬੜੀ ਮਨੁੱਖਾ ਜਨਮ ਬੜਾ ਦੁਰਲੱਭ ਏ, ਬੜੇ ਭਾਗਾਂ ਨਾਲ ਮਿਲਿਆ ਏ, ਇਹਦੀ ਕੀਮਤ ਨੂੰ ਜਾਣੋ, ਇਹਦਾ ਏਦਾਂ ਉਹਦਾ ਕੀ ਇਹਦਾ ਹੈਗਾ। ਸਾਰੀ ਦੁਨੀਆ ਇਸੇ ਤਰ੍ਹਾਂ ਹੀ ਹੈ, ਸਭ ਨੂੰ ਜਨਮ ਮਿਲਿਆ ਹੈ, ਸਾਨੂੰ ਹੀ ਤੁਸੀਂ ਹਰ ਵੇਲੇ ਇੱਕੋ ਹੀ ਗੱਲ ਕਰਦੇ ਰਹਿੰਦੇ ਹੋ, ਕੀ ਕਰੀਏ। ਉਹ ਕਹਿਣ ਲੱਗੇ ਕਿ ਬੇਟੇ ਵਾਕਈ ਹੀ ਪਤਾ ਨਹੀਂ, ਉਹਨਾਂ ਨੇ ਕਿਹਾ ਕਿ 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ। ਕਹਿੰਦੇ ਕਿ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਬਾਅਦ ਇਹ ਚੀਜ਼ ਮਿਲੀ ਹੈ। और हर जगह पे उन्होंने फरमाया कि बहुत जन्म बिछड़े थे माधो, ये जन्म तुम्हारे देखे। पता नहीं किन्ने के जन्मां दे विछड़े हैं, पर ठीक है बाकी चीज़ां भी करनियां नाल, कर्म जिहड़ा करना है नाल, पर इसकी कीमत नूं जानना कि इसकी असली कीमत की है। क्योंकि जिहड़ी कीमत है बाहरली तौर ते असीं बहुत ज़्यादा सब कुछ करके फिर एक दिन गरीब दे गरीब, लेकिन जे नाल बैलेंस करके चलांगे, जो सतगुरां दे वचन ने उहनूं समझ लिया ते फिर कुछ नहीं। और गल दसन लगे सी कि उन्हें पुछया ते सतगुर फरमाउण लगे कि बई ठीक है तैनूं दसदा कीमत इहदी, पर एक काम कर पहलां। कहंदे कि उन्हें एक हीरा दे दिता अपने कढ के, बड़ा बेशकीमती हीरा सी, ते उहनूं फड़ा के कहण लगे कि बई इस तरह कर, पहलां एक काम करके आ, फिर तैनूं शाम नूं सारा दसांगे। कहण लगा ठीक है जी। हीरा दे के कहा कि इहदा मुੱਲ पा सारे शहर च जिथे जिथे भी आ, पर ये देना नहीं किसी को, बेचना नहीं, पर इसकी कीमत अलग अलग पा के तैनूं दसनी शाम तक। कहंदा ठीक है जी। ਉਹ ਘਰੋਂ ਜਦੋਂ ਉੱਥੋਂ ਦਰਬਾਰ ਚੋਂ ਨਿਕਲਿਆ, ਬਾਹਰ ਇੱਕ ਸਬਜ਼ੀ ਵਾਲਾ ਰੇਹੜੀ ਲਾ ਕੇ ਬੈਠਾ ਸੀ, ਉਹਨੂੰ ਕੋਲ ਲੈ ਗਿਆ ਹੀਰਾ। ਕਹਿੰਦਾ ਭਾਈ ਸਾਹਿਬ ਇਹ ਮੇਰੇ ਕੋਲ ਇੱਕ ਹੀਰਾ ਏ ਤੇ ਲਓਗੇ? ਉਹਨੇ ਵੇਖਿਆ ਵਧੀਆ ਲੱਗ ਰਿਹਾ ਸੀ, ਕਹਿੰਦਾ ਹਾਂ ਯਾਰ ਵਧੀਆ ਚੀਜ਼ ਏ। ਤੇ ਕਹਿੰਦਾ ਕਿੰਨੇ ਦਾ? ਕਹਿੰਦਾ ਤੂੰ ਦੱਸ ਕੀ ਕੀਮਤ ਹੈ। ਉਦੋਂ ਉਹਨੂੰ ਸਬਜ਼ੀ ਦੀ ਰੇਹੜੀ ਲਾਈ, ਵਿਚਾਰੇ ਨੇ ਕੀ ਕਰਨੀ ਸੀ। ਕਹਿਣ ਲੱਗਾ ਕਿ ਚੱਲ ਇਹ ਤੂੰ ਮੈਨੂੰ ਦੇ ਦੇ, ਆ ਸਾਰੀ ਸਬਜ਼ੀ ਜਿਹੜੀ ਲੈ ਜਾ। ਕਹਿੰਦਾ ਕਿ ਨਹੀਂ ਨਹੀਂ, मतलब मैनू दे तो नहीं सकता, मैं पुछना इसी तो होर कोई। कहता नहीं, वध तो वध की मेरे को सारी सब्जी सारी लै लै। अगे चला गया, अगे कोई होर कोई दुकान सी कोई फ्रूट वाली सब्जी वाली सारी इकट्ठी, उहदे कोल जाके उहनूं हीरा दिखाया, सेम गल उहनूं पुछी, उहने भी ओह गल कही
ਕਹਿੰਦਾ ਯਾਰ ਬਹੁਤ ਵਧੀਆ ਚੀਜ਼ ਹੈ, ਇਸ ਤਰ੍ਹਾਂ ਕਰ 6 ਮਹੀਨੇ ਦਾ ਰਾਸ਼ਨ ਘਰ ਚ ਫਰੀ, ਜੋ ਖੰਨਾ ਭਾਵੇਂ ਲਈ ਜਾਈ ਇੱਥੋਂ ਮੇਰੇ ਕੋਲੋਂ ਤੇ ਮੈਨੂੰ ਦੇ ਦੇ। ਕਹਿੰਦਾ ਨਹੀਂ ਨਹੀਂ ਇਹ ਤਾਂ ਸਸਤਾ। ਕਹਿੰਦਾ ਚਲ ਸਾਲ ਦਾ ਲੈ ਲਾ। ਫਿਰ ਉੱਥੋਂ ਵੀ ਉਹ ਗੱਲ ਹੋ ਗਈ। ਕਹਿੰਦਾ ਚੱਲ ਪਿਆ ਅੱਗੇ ਕਰਿਆਨੇ ਵਾਲੀ ਦੁਕਾਨ ਤੇ ਚਲਾ ਗਿਆ, ਉੱਥੇ ਵੀ ਜਾ ਕੇ ਸੇਮ ਸਵਾਲ ਕੀਤਾ। ਉਹਨੇ ਵੀ ਵੇਖਿਆ, ਕਹਿੰਦਾ ਯਾਰ ਸੁਣਿਆ ਤਾਂ ਹੈਗਾ ਹੀਰੇ ਬੜੇ ਕੀਮਤੀ ਨੇ। ਕਹਿੰਦਾ ਇਸ ਤਰ੍ਹਾਂ ਕਰ ਕਿ ਜਿੰਨੀ ਤੇਰੀ ਉਮਰ ਹੈ ਸਾਰੀ ਜ਼ਿੰਦਗੀ ਤੂੰ ਮੇਰੇ ਕੋਲ ਰਾਸ਼ਨ ਲਈ ਜਾਈ ਆਪਣੇ ਘਰ ਵਾਸਤੇ, ਤੇ ਹੀਰਾ ਮੈਨੂੰ ਦੇ ਦੇ, ਤੂੰ ਆਰਾਮ ਨਾਲ ਬੈਠ ਕੇ ਖਾ, ਤੈਨੂੰ ਕੁਛ ਕੰਮ ਕਰਨ ਦੀ ਲੋੜ ਨਹੀਂ, ਜਿੰਨਾ ਰਾਸ਼ਨ ਤੇਰਾ ਸਾਰੇ ਘਰ ਦਾ ਪੂਰੇ ਦਾ ਮੈਂ ਚਲਾਵਾਂਗਾ। ਹੈਰਾਨ ਹੋਇਆ, ਕਹਿੰਦਾ ਕਿ ਕਿਤੋਂ ਸਬਜ਼ੀ ਤੋਂ ਚੱਲਿਆ ਹਾਂ ਥੋੜੇ ਥੋੜੇ ਦਿਨਾਂ ਤੋਂ, ਤੇ ਸਾਰੀ ਜ਼ਿੰਦਗੀ ਦੀ ਰਾਸ਼ਨ ਦਾ ਇੰਤਜ਼ਾਮ ਹੋ ਗਿਆ। ਅੱਗੇ ਚਲਾ ਗਿਆ, ਜਾ ਕੇ ਇੱਕ ਸੁਨਿਆਰੇ ਕੋਲ ਪਹੁੰਚ ਗਿਆ। ਸੁਨਿਆਰੇ ਨੇ ਵੀ ਲਾਈ ਕੀਮਤ, ਕਹਿਣ ਲੱਗਾ ਕਿ ਵਾਕਈ ਬਹੁਤ ਕੀਮਤੀ ਹੈ। ਕਹਿਣ ਲੱਗਾ ਕਿ ਕੋਈ ਵੀ ਮੌਕੇ ਦੇ ਮੁਤਾਬਕ ਉਹਨੇ ਕਹਿ ਦਿੱਤਾ ਕਿ ਚਲੋ ਜੀ ਇਹਦਾ ਮੈਂ ਤੁਹਾਨੂੰ 10 ਲੱਖ ਰੁਪਇਆ ਦੇ ਦਿੰਦਾ। ਸੌਦੇਬਾਜ਼ੀ ਕਰ ਕਰਾ ਕੇ ਜੋ ਵੀ ਹੋਇਆ ਉੱਥੋਂ ਵੀ ਹੀਰਾ ਨਹੀਂ ਦਿੱਤਾ ਉਹਨੇ। ਕਰਦਿਆਂ ਫਿਰ ਉਹਨੇ ਪੁੱਛਿਆ ਕਿ ਹੋਰ ਵੀ ਕੋਈ ਇੱਥੇ ਕੋਈ ਹੈਗਾ ਹੈ ਕਿ ਜਿਹੜਾ ਇਸ ਦੀ ਪਛਾਣ ਰੱਖਦਾ ਹੋਵੇ। ਉਹਨੇ ਕਿਹਾ ਕਿ ਹਾਂ ਇੱਕ ਜੋਹਰੀ ਹੈ, ਬਹੁਤ ਹੀ ਸਾਡੇ ਇਲਾਕੇ 'ਚ ਮੰਨਿਆ ਪ੍ਰਮੰਨਿਆ, ਤੇ ਉਹਦੇ ਕੋਲ ਚੱਲ ਜਾ ਜੇ ਤੈਨੂੰ ਤੇਰੀ ਨਹੀਂ ਸੈਟਿਸਫੈਕਸ਼ਨ ਹੋ ਰਹੀ। ਜਦੋਂ ਉਸ ਜੋਹਰੀ ਕੋਲ ਗਿਆ ਤੇ ਉਹਨਾਂ ਨੂੰ ਪਛਾਣ ਹੁੰਦੀ ਹੀਰੇ ਦੀ। ਉਹਨੇ 10-15 ਮਿੰਟ 20 ਮਿੰਟ ਲਗਾ ਕੇ ਅੱਧਾ ਘੰਟਾ ਲਗਾ ਕੇ ਉਹਨੂੰ ਪਰਖਿਆ ਸਾਰੇ ਪਾਸੋਂ ਅੱਛੀ ਤਰ੍ਹਾਂ, ਅੱਛੀ ਚੰਗੀ ਤਰ੍ਹਾਂ ਜੋ ਵੀ ਟੈਸਟ ਕਰਨੇ ਸੀ ਕੀਤਾ। ਔਰ ਹਾਰ ਕੇ ਉਹ ਹੀਰਾ ਰੱਖ ਕੇ ਨਮਸਕਾਰ ਹੱਥ ਜੋੜ ਕੇ ਐ ਲੰਮੇ ਪੈ ਕੇ ਨਮਸਕਾਰ ਕੀਤੇ। ਕਹਿਣ ਲੱਗਾ ਕਿ ਕੀਮਤ ਇਹਦੀ ਮੈਂ ਲਗਾ ਹੀ ਨਹੀਂ ਸਕਦਾ ਕੋਈ ਵੀ। ਕਹਿੰਦਾ ਹਾਂ ਜੇ ਤੂੰ ਚਾਹੁੰਦਾ ਹੈ, ਜੇ ਤੂੰ ਕਹਿਣ ਦੇਣਾ ਚਾਹੁੰਦਾ ਹੈ ਇਹਨੂੰ, ਤੇ ਮੇਰੀ ਪ੍ਰਾਪਰਟੀ ਇੰਨੀ ਹੈ ਕਿ ਅੱਧਾ ਸ਼ਹਿਰ ਇਹ ਵੀ ਮੇਰਾ ਹੈ, ਲਾਗਲੇ ਵੀ ਸਾਰੇ ਸ਼ਹਿਰਾਂ ਦੇ ਵਿੱਚ ਮੇਰੀ ਕੋਈ ਨਾ ਕੋਈ ਪ੍ਰਾਪਰਟੀ ਹੈ। ਜੇ ਤੂੰ ਦੇਣਾ ਚਾਹੁੰਦਾ ਹੈ ਨਾ ਤੇ ਇਹ ਮੈਨੂੰ ਦੇ ਦੇ ਹੀਰਾ, ਤੇ ਮੈਂ ਤੈਨੂੰ ਆਪਣੀ ਸਾਰੀ ਦੀ ਸਾਰੀ ਜਾਇਦਾਦ ਤੇਰੇ ਨਾਮ ਤੇ ਕਰ ਦਿੰਦਾ, ਸਾਰੀ ਪ੍ਰਾਪਰਟੀ ਤੇਰੇ ਨਾਮ ਤੇ। ਮਨ ਨਾਲ ਚਾਹ ਤੇ ਗਿਆ, ਪਰ ਕਹਿਣ ਲੱਗਾ ਗੁਰੂ ਦਾ ਹੁਕਮ ਨਹੀਂ ਹੈਗਾ। ਕਹਿਣ ਲੱਗਾ ਚਲੋ ਕੋਈ ਗੱਲ ਨਹੀਂ, ਅਜੇ ਤਾਂ ਨਹੀਂ, ਮੈਂ ਵਿਚਾਰ ਕੇ ਤੁਹਾਨੂੰ ਦੱਸਾਂਗਾ। ਔਰ ਉਹਦੇ ਕੋਲੋਂ ਲੈ ਕੇ ਵਾਪਸ ਆ ਗਿਆ। ਜਦੋਂ ਸ਼ਾਮ ਨੂੰ ਆਪਣੇ ਗੁਰੂ ਦੇ ਪਾਸ ਪਹੁੰਚਿਆ ਤੇ ਸਾਰੀ ਕਹਾਣੀ ਸੁਣਾ ਦਿੱਤੀ ਕਿ ਮੈਂ ਇਹਦੀ ਕੀ ਕੀਮਤ ਦੱਸਾਂ ਤੁਹਾਨੂੰ ਹੁਣ। ਕਹਿੰਦਾ ਇਦਾਂ ਨਿਕਲਿਆ ਸੀ, ਸਬਜ਼ੀ ਵਾਲੇ ਨੇ ਆਹ ਕੀਮਤ ਲਾਈ, ਫਰੂਟ ਵਾਲੇ ਨੇ ਆਹ ਲਗਾਈ, ਸਾਰਿਆਂ ਦੀ ਦੱਸ ਕੇ ਤੇ ਕਹਿਣ ਲੱਗਾ ਕਿ ਹੁਣ ਜੋਹਰੀ ਨੇ ਤੇ ਇਹਨਾਂ ਕਿਹਾ ਕਿ ਮੈਂ ਇਹਦੀ ਕੀਮਤ ਨਹੀਂ ਲਗਾ ਸਕਦਾ ਕੋਈ, ਜਿੰਨਾ ਇਹ ਮੁੱਲ ਹੈਗਾ। ਹੀਰਾ ਉੱਥੇ ਰੱਖ ਕੇ ਮੱਥਾ ਟੇਕਿਆ। ਕਹਿੰਦਾ ਚਲੋ ਜੀ ਤੁਹਾਡਾ ਕੰਮ ਤੇ ਮੈਂ ਕਰ ਦਿੱਤਾ ਹੈ, ਹੁਣ ਦੱਸੋ ਮੇਰੇ ਸਵਾਲ ਦਾ ਜਵਾਬ ਦਿਓ। ਮੈਂ ਤੁਹਾਨੂੰ ਸਵੇਰੇ ਪੁੱਛਿਆ ਸੀ ਕਿ ਤੁਸੀਂ ਹਰ ਵੇਲੇ ਕਹਿੰਦੇ ਰਹਿੰਦੇ ਹੋ ਮਨੁੱਖਾ ਜਨਮ ਬੜਾ ਕੀਮਤੀ ਹੈ, ਮਨੁੱਖਾ ਜਨਮ ਬੜਾ ਕੀਮਤੀ ਹੈ, ਮੈਨੂੰ ਦੱਸੋ ਕਿੰਨਾ ਕੁ ਕੀਮਤੀ ਹੈ। ਕਹਿੰਦੇ ਬਸ ਇਹ ਤੇਰੇ ਸਵਾਲ ਦਾ ਜਵਾਬ ਹੀ ਹੈ ਇੱਕੋ ਹੀ, ਚਾਹੇ ਇਹਨੂੰ ਸਬਜ਼ੀ ਦੇ ਮੁੱਲ ਤੇ ਦੇ ਦੇ, ਚਾਹੇ ਇਹਨੂੰ ਕੋਈ ਕਰਿਆਨੇ ਸਾਰੀ ਉਮਰ ਦਾ ਰਾਸ਼ਨ ਲੈ ਕੇ ਇਹਨੂੰ ਕਰ ਲਾ ਖਤਮ, ਚਾਹੇ ਤੂੰ ਕੋਈ ਪੈਸੇ ਕਮਾ ਕੇ ਉਹ ਕਰ ਲਾ, ਤੇ ਚਾਹੇ ਇੱਥੇ ਇੰਨੀ ਜਾਇਦਾਦ ਬਣਾ ਲੈ, ਤੇ ਜਾਂ ਇਸ ਤੋਂ ਅੱਗੇ ਵੀ ਜਾਣਨ ਦੀ ਕੋਸ਼ਿਸ਼ ਕਰ ਕਿ ਇਹਦੀ ਕੀਮਤ ਪੂਰੀ ਹੋ ਗਈ ਹੈ ਕਿ ਨਹੀਂ। ਇਹਦੇ ਜਿੰਨਾ ਵੀ ਅੱਗੇ ਤੂੰ ਜਾਏਗਾ, ਕਹਿੰਦੇ ਤੂੰ ਇਹ ਤਾਂ ਕੁਛ ਵੀ ਨਹੀਂ ਫਿਰਿਆ, ਮਤਲਬ ਇਹਦੀ ਕੋਈ ਕੀਮਤ ਹੈ ਹੀ ਨਹੀਂ, ਬੇਸ਼ਕੀਮਤੀ ਹੈ। ਇਸੇ ਤਰ੍ਹਾਂ ਹੀ ਬੇਟੇ ਜਿਹੜਾ ਸਾਨੂੰ ਮੌਕਾ ਮਿਲਿਆ, ਸਾਨੂੰ ਨਹੀਂ ਪਤਾ ਇਹਦਾ, ਇਸ ਦੇਵੀ ਦੇਵਤਿਆਂ ਨੂੰ ਕਹਿੰਦੇ ਇਸ ਦੇਹੀ ਕੋ ਲੋਚੇ ਦੇਵ, ਦੇਵੀ ਦੇਵਤੇ ਵੀ ਇਸ ਦੇਹੀ ਨੂੰ ਲੋਚਦੇ ਨੇ, ਔਰ ਅਸੀਂ ਇਹਨੂੰ ਕਿਸ ਤਰ੍ਹਾਂ ਲੰਘਾ ਰਹੇ ਹਾਂ। ਕਈ ਤੁਸੀਂ ਰੋਜ਼ ਖਬਰਾਂ ਪੜ੍ਹਦੇ ਹੋ, ਹਰ ਰੋਜ਼ ਤੁਹਾਨੂੰ ਕੋਈ ਨਾ ਕੋਈ ਐਸੀ ਕਿਸੇ ਨਾ ਕਿਸੇ ਪੂਰੇ ਵਰਲਡ ਦੀ ਨਿਊਜ਼ ਦੇਖੋਗੇ, ਪਤਾ ਨਹੀਂ ਕਿੰਨੇ ਬੰਦੇ ਸੁਸਾਈਡ ਹੀ ਕਰੀ ਜਾ ਰਹੇ ਨੇ। ਕੀ ਕੀਮਤ ਹੈ ਉਹਨਾਂ ਨੇ ਭਾਈ ਇਸ ਚੀਜ਼ ਦੀ। ਕੋਈ ਗੱਲ ਦੀ ਪਰੇਸ਼ਾਨੀ ਹੋਈ ਮੈਂ ਜੀ ਖਤਮ ਹੋ ਜਾਣਾ ਹੈ, ਜਿੱਥੇ ਮਰਜ਼ੀ ਆਪਣਾ ਬਣਾ ਕੇ ਬੈਠ ਜਾਂਦੇ ਨੇ ਉਨੀ ਕੁ ਚੀਜ਼ ਨੂੰ। ਕਿੰਨੀਆਂ ਉਹਨਾਂ ਨੇ ਕਿਹਾ ਕਿ 184 ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ। ਉਹ ਸਤਿਗੁਰੂ ਨੇ ਕਿੰਨੀ ਇਹਨੂੰ ਵਡਿਆਈ ਬਖਸ਼ਣੀ, ਪਤਾ ਨਹੀਂ ਕਿੰਨੀਆਂ ਕੁ ਜੋਨਾਂ ਚੋਂ ਭਟਕਦਾ, ਕਿੱਥੇ ਅਸੀਂ ਦੇਖਦੇ ਹਾਂ। ਅਸੀਂ ਉਸ ਦਿਨ ਦੇਖਿਆ ਕਿ ਕਈ ਕਿੰਨੇ ਜੀਵ ਨੇ, ਤੁਸੀਂ ਕਿਤੇ ਜਾ ਕੇ ਦੇਖੋ ਐਸੀ ਜਗ੍ਹਾ ਦੇ ਉੱਤੇ, ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦੇ ਜੀਵ ਨੇ। ਕਈ ਦਰਖਤ ਨੇ ਇੰਨੇ ਨੇ ਪੁਰਾਣੇ ਕਿ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਖੜੇ, ਪਤਾ ਨਹੀਂ ਕਦੋਂ ਵਾਰੀ ਆਉਣੀ ਹੈ, ਕਦੋਂ ਉਹਨਾਂ ਦੀ ਜੋਨ ਖਤਮ ਹੋਣੀ ਹੈ। ਪਹਾੜਾਂ ਤੱਕ ਵੀ ਸਤਿਗੁਰਾਂ ਨੇ ਬਾਣੀ 'ਚ ਫਰਮਾਇਆ ਕਿ ਪਹਾੜ ਵੀ ਇੱਕ ਆਪਣੀ ਉਹ ਭੁਗਤ ਰਹੇ ਨੇ। ਔਰ ਹਰ ਇੱਕ ਚੀਜ਼ ਨਾਸ਼ ਹੁੰਦੀ ਹੈ, ਚਾਹੇ ਪਹਾੜ, ਪਾਣੀ, ਕੋਈ ਵੀ ਚੀਜ਼ਾਂ ਨੇ, ਹਰ ਇੱਕ ਦੀ ਇੱਕ ਟਾਈਮ ਹੈਗਾ, ਉਸ ਤੋਂ ਬਾਅਦ ਖਤਮ ਹੋਣਾ। ਲੇਕਿਨ ਸਾਰੇ ਘੁੰਮ ਫਿਰ ਕੇ ਕਿਸ ਚੀਜ਼ ਨੂੰ ਪਾਉਣਾ ਚਾਹ ਰਹੇ ਨੇ, ਮਨੁੱਖ ਝੋਲੇ।
क्यों? क्योंकि ਇਹੋ ਹੀ ਇੱਕ ਦਰਵਾਜ਼ਾ ਹੈ ਜਿੱਥੋਂ ਹੋ ਕੇ ਅਸੀਂ ਉਸ ਮੁਕਤੀ ਪਦ ਨੂੰ ਪਾ ਸਕਦੇ ਹਾਂ, ਆਪਣੇ ਉਸ ਵਾਹਿਗੁਰੂ ਪਰਮੇਸ਼ਵਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਮਾ ਸਕਦੇ ਹਾਂ। ਜਿਹੜੇ ਸਮੁੰਦਰ ਚੋਂ ਬੂੰਦ ਵਿਛੜੀ ਸੀ ਉਹਦੇ ਵਿੱਚ ਹੀ ਮਿਲ ਕੇ ਫਿਰ ਸਮੁੰਦਰ ਰੂਪ ਬਣ ਸਕਦੇ ਹਾਂ, ਜਿੱਥੇ ਨਾ ਕੋਈ ਦੁੱਖ ਨਾ ਕੋਈ ਕਿਸੇ ਤਰ੍ਹਾਂ ਦਾ ਠਹਿਰਾਵਾ ਹੈ, ਹਰ ਵੇਲੇ ਠਾਠਾ ਮਾਰਦਾ ਹੈ। ਠੀਕ ਹੈ ਨਾ? ਕਿਉਂਕਿ ਸਾਨੂੰ ਤਾਂ ਕੋਈ ਮਾੜੀ ਜਿਹੀ ਗੱਲ ਕਰਦੇ, ਜੇ ਖੁਸ਼ੀ ਵਾਲੀ ਗੱਲ ਕਰਦੇ ਅਸੀਂ ਖੁਸ਼ ਹੋ ਜਾਂਦੇ ਹਾਂ, ਕੋਈ ਮਾੜੀ ਗੱਲ ਕਰਦੇ ਅਸੀਂ ਝੱਟ ਹੀ ਦੁਖੀ ਹੋ ਜਾਂਦੇ ਹਾਂ। ਉਹ ਬੂੰਦ ਵਾਲਾ ਕੰਮ ਹੈ। ਜਿਸ ਤਰ੍ਹਾਂ ਬੂੰਦ ਜਿਹੜੀ ਹੈ ਦੁੱਧ ਚ ਪਵੇ ਦੁੱਧ ਬਣ ਗਈ, ਜ਼ਹਿਰ ਚ ਪਈ ਸੱਪ ਦੇ ਮੂੰਹ ਤੇ ਪਈ ਜ਼ਹਿਰ ਬਣ ਗਈ, ਸਿੱਪ ਦੇ ਮੂੰਹ ਚ ਪਈ ਮੋਤੀ ਬਣ ਗਈ। ਆਪਣਾ ਕੋਈ ਵੀ ਅਸਤਿਤਵ ਨਹੀਂ ਹੈਗਾ। ਮਿੱਟੀ ਚ ਮਿਲਦੀ ਹੈ ਚਿੱਕੜ ਬਣ ਗਈ। ਲੇਕਿਨ ਉਹੀ ਬੂੰਦ ਜਾ ਕੇ ਜਦੋਂ ਸਮੁੰਦਰ ਚ ਪੈ ਜਾਂਦੀ ਹੈ ਤੇ ਸਮੁੰਦਰ ਦਾ ਰੂਪ ਬਣ ਗਈ। ਫਿਰ ਉਹਨੂੰ ਨਾ ਕੋਈ ਇੰਨੇ ਵਿਸ਼ੇਲੇ ਜੀਵ ਜਿਹੜੇ ਸਮੁੰਦਰ ਚ ਰਹਿੰਦੇ ਆ ਪਰ ਉਹਨੂੰ ਵਿਸ਼ੈਲਾ ਨਹੀਂ ਕਰ ਸਕਦੇ। ਇੰਨਾ ਦੁਨੀਆ ਦਾ ਕੂੜਾ ਕਰਕਟ ਸਮੁੰਦਰ ਚ ਸੁੱਟੀ ਜਾਂਦੇ ਭਰ ਭਰ ਕੇ, ਪਰ ਉਹ ਛਾਲ ਕੇ ਬਾਹਰ ਸੁੱਟ ਦਿੰਦਾ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਇਹ ਬਈ ਜਿਹੜਾ ਆਪਣਾ ਉਸ ਰੂਪ ਨੂੰ ਸਮਝਣ ਵਾਸਤੇ ਪਾਉਣ ਵਾਸਤੇ ਗੁਰੂ ਦੇ ਬਚਨਾਂ ਤੇ ਚੱਲ ਕੇ ਉਹ ਕਰਮ ਕਰੀਏ ਤੇ ਬਈ ਇਹ ਜੀਵਨ ਜਿਹੜਾ ਹੈ ਬਹੁਤ ਵਧੀਆ ਇੱਕ ਸਾਨੂੰ ਮਿਲੇਗਾ। ਪਤਾ ਚੱਲੇਗਾ ਕਿ ਵਾਕਈ ਹੀ ਕਦ ਵਾਸਤੇ ਇਹਨੂੰ ਦੁਰਲਭ ਕਿਹਾ ਗਿਆ, ਕੀ ਚੀਜ਼ਾਂ ਨੇ, ਕੀ ਨਜ਼ਾਰੇ ਨੇ। ਬਾਣੀ ਫਰਮਾਇਆ ਕਿ ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਅਸੀਂ ਬ੍ਰਹਮੰਡ ਦੇ ਵਿੱਚ ਅਸੀਂ ਪੜ੍ਹਦੇ ਹਾਂ, ਲਿਖਦੇ ਹਾਂ, ਸੁਣਦੇ ਹਾਂ, ਜੋ ਉਹਨਾਂ ਨੇ ਫਰਮਾਤਾ ਕਿ ਸਭ ਕੁਛ ਹੀ ਸਾਡੇ ਅੰਦਰ ਹੈਗਾ ਹੈ। ਔਰ ਜਿੰਨੇ ਵੀ ਪਾਇਆ ਅੱਜ ਤੱਕ ਉਹਨੇ ਅੰਦਰੋਂ ਹੀ ਪਾਇਆ, ਬਾਹਰੋਂ ਕਿਸੇ ਨੇ ਨਹੀਂ ਪਾਇਆ। ਅੰਦਰ ਜਾਣ ਦੇ ਕਈ ਦਰਵਾਜ਼ੇ, ਹਾਂ ਠੀਕ ਹੈ। ਕੋਈ ਕਹਿੰਦਾ, ਮੈਂ ਹੁਣੇ ਬੇਨਤੀ ਕੀਤੀ ਸੀ, ਅਸੀਂ ਇਹਨਾਂ ਝਗੜਿਆਂ 'ਚ ਪੈ ਗਏ। ਕੋਈ ਕਹਿੰਦਾ ਮੈਂ ਹਿੰਦੂ, ਕੋਈ ਕਹਿੰਦਾ ਮੈਂ ਸਿੱਖ, ਕੋਈ ਕਹਿੰਦਾ ਈਸਾਈ, ਕੋਈ ਕਹਿੰਦਾ ਮੁਸਲਮ। ਬਈ ਕੁਛ ਨੇ, ਉਹਨੇ ਇੱਕ ਇਨਸਾਨ ਹੀ ਬਣਾਇਆ, ਬਸ ਇੱਕੋ ਤਰ੍ਹਾਂ ਹੀ ਸਭ ਨੂੰ ਬਣਾਇਆ, ਇੱਕੋ ਤਰ੍ਹਾਂ ਹੀ ਉਹਨੇ ਖੜਨਾ ਹੈ। ਕੋਈ ਇੱਥੇ ਨਹੀਂ ਹੈ। ਜਿੱਥੇ ਮਰਜ਼ੀ ਦੁਨੀਆ ਦੇ ਕਿਸੇ ਕੋਨੇ ਤੇ ਬੰਦਾ ਖਤਮ ਹੁੰਦਾ ਹੈ, ਸਰੀਰ ਇੱਥੇ ਰਹਿੰਦਾ ਹੈ, ਵਿੱਚੋਂ ਜਿਹੜੀ ਚੀਜ਼ ਨਿਕਲ ਜਾਂਦੀ ਹੈ। ਕੋਈ ਇਹ ਨਹੀਂ ਆ ਕਿ ਕਿਸੇ ਦੀ ਕੋਈ ਰਹਿ ਜਾਂਦੀ ਹੈ ਜਾਂ ਕਿਸੇ ਦੀ ਕੋਈ ਹੋਰ ਤਰੀਕੇ ਨਾਲ, ਕੁਛ ਨਹੀਂ, ਸਭ ਦੇ ਨਿਕਲ ਜਾਂਦੇ ਹੈ। ਇਸ ਲਈ ਉਸ ਭੇਤ ਨੂੰ ਪਾਉਣਾ ਹੈ, ਸਮਝਣਾ ਹੈ, ਔਰ ਉਹ ਹੌਲੀ ਹੌਲੀ ਤਾਂ ਹੀ ਹੋ ਸਕਦਾ। ਸਭ ਤੋਂ ਪਹਿਲਾਂ ਆਪਣੇ ਮਨ ਦੇ ਉੱਤੇ ਕੰਟਰੋਲ, ਕਿਉਂਕਿ ਬਾਣੀ ਚ ਫਰਮਾਇਆ ਕਿ ਮਨ ਵਸਾਵੇ ਨਾਨਕਾ ਤਾਂ ਪੂਰਨ ਕਿਰਪਾ ਜਾਣ। ਕਿਉਂਕਿ ਇਹ ਸਾਨੂੰ ਭਜਾਈ ਫਿਰਦਾ ਹਰ ਥਾਂ ਤੇ, ਕਿਤੇ ਵੀ ਨਹੀਂ ਟਿਕਣ ਦਿੰਦਾ। ਤੁਸੀਂ ਸੋਚ ਲਓ, ਮੇਰਾ ਯਾਦ ਹੈ, ਇਹ ਮੇਰਾ ਇੱਕ ਦੋਸਤ ਹੁੰਦਾ ਸੀ, ਛੋਟੇ ਜਦੋਂ ਪੜ੍ਹਦੇ ਹੁੰਦੇ ਸੀ ਤੇ ਉਦੋਂ ਉਹਨੇ ਕਹਿਣਾ ਕਿ ਬਸ ਨਾ ਮੈਂ ਤਾਂ 10ਵੀਂ ਤੱਕ ਪੜ੍ਹਨਾ ਹੈ, ਕੰਮ ਕਾਰ ਉਹਨਾਂ ਦਾ ਜੋ ਵੀ ਕਾਰੋਬਾਰ ਸੀ, ਆਪਣਾ ਬਿਜ਼ਨਸ, ਕਹਿਣਾ ਬਸ ਮੈਂ ਆਪਣੇ ਬਿਜ਼ਨਸ ਦੇ ਵਿੱਚ ਪੂਰਾ ਧਿਆਨ ਦੇਣਾ ਹੈ। ਤੇ ਉਸ ਟਾਈਮ ਦੀ ਗੱਲ ਕਰ ਰਿਹਾ, ਉਹਨੇ ਕਹਿਣਾ ਬਸ 50,000 ਰੁਪਇਆ ਇਕੱਠਾ ਕਰਕੇ ਨਾ ਬੈਂਕ 'ਚ ਰੱਖ ਦੇਣਾ ਹੈ। 50,000 ਰੁਪਇਆ ਇਕੱਠਾ ਹੋ ਗਿਆ, ਆਰਾਮ ਨਾਲ ਜ਼ਿੰਦਗੀ ਕੱਟਣੀ ਹੈ। ਉਹ ਅਜੇ ਵੀ ਕਈ ਵਾਰ ਜਦੋਂ ਮਿਲਦੇ ਆਏ, ਕਈ ਵਾਰ ਜਦੋਂ ਮੌਕਾ ਮਿਲਦਾ ਹੱਸੀਦਾ ਹੈ ਕਿ 50,000 ਇਕੱਠਾ ਹੋਇਆ ਕਿ ਨਹੀਂ ਅਜੇ। ਪਤਾ ਨਹੀਂ ਲੱਖਾਂ ਇਕੱਠੇ ਹੋ ਗਏ, ਕਈ ਆਏ ਚਲੇ ਗਏ। ਉਹ ਕਿਉਂਕਿ ਜਿੱਥੇ ਅੱਜ ਪਹੁੰਚਦਾ ਉੱਥੋਂ ਮਨ ਅੱਗੇ ਵਧਾ ਦਿੰਦਾ ਹੈ ਕਿਤੇ ਨਾ ਕਿਤੇ। ਜਿਹੜੀ ਚੀਜ਼ ਅਸੀਂ ਇੱਕ ਚੀਜ਼ ਮੰਗਦੇ ਹਾਂ, ਸਤਿਗੁਰ ਦੇ ਦਿੰਦੇ ਨੇ, ਫਿਰ ਅੱਗੇ ਲਿਸਟ ਤਿਆਰ ਹੋ ਜਾਂਦੀ ਹੈ, ਫਿਰ ਉਹ ਪੂਰੀ ਹੁੰਦੀ ਹੈ, ਫਿਰ ਅੱਗੇ ਤਿਆਰ ਹੋ ਜਾਂਦੀ ਹੈ। ਪਰ ਜਿਹੜਾ ਸਤਿਗੁਰਾਂ ਵਾਲਾ ਰਸਤਾ ਹੈ, ਉਹਦੇ ਉੱਤੇ ਉਧਰ ਨੂੰ ਮਨ ਆਉਂਦਾ ਹੀ ਨਹੀਂ ਕਦੇ। ਕਹਿੰਦਾ ਹੈ, ਜ਼ਰੂਰ ਕਹਿੰਦਾ ਹੈ ਕਿ ਹਜੇ ਤੇ ਆਹ ਕੰਮ ਕਰਨ ਵਾਲੇ ਨੇ। ਬੱਚੇ ਤੋਂ ਲੈ ਕੇ ਉਹੀ ਚੀਜ਼ ਰਹਿੰਦੀ ਹੈ, ਅਜੇ ਤੇ ਪੜ੍ਹਾਈ ਦੀ ਉਮਰ ਹੈ। ਜੇ ਕੋਈ ਬੱਚਾ ਕੋਈ ਜਾਣ ਲੱਗ ਪਿਆ ਨਾ, ਉਸ ਰਸਤੇ ਚੱਲ ਪਏ, ਤੇ ਕਈ ਤੇ ਟੌਂਚ ਮਾਰਨੇ ਸ਼ੁਰੂ ਹੋ ਜਾਂਦੇ, ਉਹ ਤੂੰ ਹੁਣੇ ਹੀ ਬਾਬਾ ਬਣ ਗਿਆ। ਕਿਹੜੇ ਪਾਸੇ ਚੱਲ ਪਿਆ ਤੂੰ, 24 ਘੰਟੇ ਤੁਰਿਆ ਰਹਿੰਦਾ। ਬਈ ਇਸ ਜੀਵਨ ਦਾ ਕਿਹਨੂੰ ਪਤਾ ਹੈ ਕਿੰਨਾ ਕੁ ਹੈਗਾ। ਕਿਸੇ ਨੂੰ ਕੋਈ ਲਿਖਾ ਕੇ ਆਇਆ ਨਹੀਂ। ਜਿਸ ਤਰ੍ਹਾਂ ਬਾਕੀ ਕੰਮ ਸਭ ਕਰਦੇ ਪਏ ਆ, ਇਹ ਨਾਲ ਨਾਲ ਕਰਨਾ ਹੈ। ਸਾਰੇ ਕੰਮ ਵੀ ਕਰਨੇ ਹੈਗੇ, ਨਹੀਂ ਕਰਮ ਕਰਨਾ ਕਿ ਕੋਈ ਸਾਨੂੰ ਸਤਿਗੁਰਾਂ ਨੇ ਕੋਈ ਐਸਾ ਹੁਕਮ ਨਹੀਂ ਲਗਾਇਆ ਕਿ ਤੁਸੀਂ ਘਰ ਬਾਰ ਛੱਡ ਕੇ, ਕਾਰੋਬਾਰ ਛੱਡ ਕੇ ਜੰਗਲਾਂ 'ਚ ਚਲੇ ਜਾਓ, ਪਹਾੜਾਂ 'ਚ ਚਲੇ ਜਾਓ। ਨਹੀਂ, ਸਾਰੇ ਕੰਮ ਕਰਨੇ ਨੇ। ਉਹ ਆਪ ਉਸ ਰਸਤੇ ਤੇ ਆਏ ਨੇ, ਗ੍ਰਸਥ ਆਸ਼ਰਮ ਅਪਣਾ ਕੇ, ਧੀਆਂ ਪੁੱਤਰ ਵੀ ਹੋਏ, ਕਾਰੋਬਾਰ ਵੀ ਕੀਤੇ, ਸਭ ਕੁਛ ਕਰਦਿਆਂ ਕਰਾਉਂਦਿਆਂ ਉਸ ਮੁਕਤੀ ਨੂੰ ਪਾਇਆ ਉਹਨਾਂ ਨੇ। ਇਸੇ ਤਰ੍ਹਾਂ ਹੀ ਸਾਨੂੰ ਵੀ ਉਹੀ ਸੰਦੇਸ਼ ਦਿੰਦੇ ਨੇ। ਤੇ ਸਤਿਗੁਰ ਕਿਰਪਾ ਕਰਨ, ਦਇਆ ਕਰਨ, ਉਹਨਾਂ ਵਚਨਾਂ ਨੂੰ ਸਮਝੀਏ, ਯਾਦ ਰੱਖੀਏ, ਔਰ ਇਸ ਜੀਵਨ ਨੂੰ ਸਾਰਥਕ ਮਤਲਬ ਬਣਾਈ ਲੱਗ ਜਾਵੇ। ਕਿ ਇਹ ਨਹੀਂ ਕਿ ਐਵੇਂ ਫਿਕਰਾਂ 'ਚ, ਜਿਸ ਤਰ੍ਹਾਂ ਆਮ ਜੀਵਨ ਤਾਂ ਉਹੀ ਜੀਵ ਭੋਗ ਰਹੇ ਨੇ, ਹਾਥੀ ਘੋੜੇ ਜੋ ਮਰਜ਼ੀ, ਉਹ ਵੀ ਤਾਂ ਜੀਵਨ ਕਰ ਰਹੇ ਨੇ। ਸਾਡੇ ਵਾਂਗੂ ਹੀ ਉਹ ਖਾਂਦੇ ਪੀਂਦੇ ਨੇ, ਸਾਡੇ ਵਾਂਗੂ ਹੀ ਗੰਦਗੀ ਕਰਦੇ ਨੇ। ਉਸੇ ਤਰ੍ਹਾਂ ਧੀਆਂ ਪੁੱਤਰਾਂ ਨੂੰ ਜਨਮ ਦਿੰਦੇ ਨੇ, ਜਿਸ ਤਰ੍ਹਾਂ ਅਸੀਂ ਮੋਹ ਕਰਦੇ ਹਾਂ, ਇਸੇ ਤਰ੍ਹਾਂ ਹੀ ਉਹ ਮੋਹ ਕਰਦੇ ਨੇ। ਹਰ ਚੀਜ਼ ਤਾਂ ਉਹਨਾਂ ਨੂੰ ਵੀ ਹੁੰਦਾ ਹੈ। ਬਸ ਇੱਕੋ ਹੀ ਵੱਖਰੀ ਚੀਜ਼ ਹੈ ਸਿਰਫ, ਉਹ ਸਾਨੂੰ ਜਿਹੜੀ ਮਿਲੀ ਹੈ
ਉਹਦੀ ਕਦਰ ਕਰਕੇ ਤੇ ਸਤਿਗੁਰਾਂ ਦੇ ਉਸ ਰਸਤੇ ਨੂੰ ਪਛਾਣ ਕੇ ਉੱਤੇ ਚੱਲੀਏ। ਸਤਿਗੁਰ ਦਇਆ ਕਿਰਪਾ ਕਰਨ, ਜੋ ਉਹਨਾਂ ਨੇ ਫਰਮਾਇਆ ਕਿ ਗੁਰੂ ਕਾ ਸੇਵਕ ਤਹਿ ਦਿਸ ਜਾਪੇ, ਕਿਸੇ ਦਾ ਨਾਮ ਨਹੀਂ ਲਿਆ, ਗੁਰੂ ਦੀ ਗੱਲ ਕੀਤੀ ਕਿ ਆਪਣੇ ਜਿਸ ਰਸਤੇ ਤੇ ਚੱਲ ਰਹੇ ਆ ਉਹਨੂੰ ਸਮਝੀਏ, ਕਰੀਏ। ਸਤਿਗੁਰ ਦਇਆ ਕਰਦੇ ਨੇ, ਐਸਾ ਨਹੀਂ ਹੈ, ਕਿਰਪਾ ਕਰਦੇ ਨੇ, ਐਸੀ ਚੀਜ਼ ਬਖਸ਼ ਦਿੰਦੇ ਨੇ ਸਾਰਿਆਂ ਨੂੰ। ਤਾਂ ਨਹੀਂ, ਜਿਸ ਤਰ੍ਹਾਂ ਹੁੰਦਾ ਕਿ ਕਲਾਸ ਦੇ ਵਿੱਚ 50 ਬੱਚੇ ਹੁੰਦੇ ਨੇ, 50 ਦੇ 50 ਫਸਟ ਤੇ ਨਹੀਂ ਆਉਂਦੇ, 50 ਹੀ ਪਾਸ ਨਹੀਂ ਹੁੰਦੇ, 50 ਫੇਲ ਨਹੀਂ ਹੁੰਦੇ। ਕੁਝ ਟੀਚਰ ਦੇ ਕੇਅਰ ਨੂੰ ਮੰਨ ਕੇ ਫਸਟ ਸੈਕਿੰਡ ਪੋਜੀਸ਼ਨਾਂ ਲੈ ਜਾਂਦੇ ਨੇ, ਕੋਈ ਵਿਚਾਰੇ ਨੋਰਮਲ ਲੈ ਜਾਂਦੇ ਨੇ, ਕਈ ਵਿਚਾਰੇ ਫੇਲ ਵੀ ਹੋ ਜਾਂਦੇ ਨੇ। ਫਿਰ ਆਪਣੇ ਉਸ ਚੀਜ਼ ਦੇ ਮੁਤਾਬਕ ਟੀਚਰ ਦੇ ਉੱਤੇ ਵੀ ਉਹ ਮਾਰ ਕੇ ਲੱਗ ਜਾਂਦੇ ਨੇ। ਕੋਈ ਕਹਿੰਦਾ ਯਾਰ ਸਕੂਲ ਹੀ ਨਹੀਂ ਚੰਗਾ, ਕੋਈ ਕਹਿੰਦਾ ਉਹ ਪੜ੍ਹਾਉਂਦਾ ਹੀ ਨਹੀਂ ਸਹੀ ਤਰ੍ਹਾਂ, ਕੋਈ ਕਹਿੰਦਾ ਯਾਰ ਉਹ ਨਹੀਂ, ਮੈਨੂੰ ਤਾਂ ਬੜੀ ਵਧੀਆ ਸਮਝ ਲੱਗੀ, ਜਿਹਦੇ ਨੰਬਰ ਜ਼ਿਆਦਾ ਆ ਜਾਂਦੇ ਉਸ ਹਿਸਾਬ ਨਾਲ ਕਰਨਾ। ਠੀਕ ਹੈ ਨਾ। ਇਸ ਲਈ ਆਪਣੇ ਵੱਲ ਨਜ਼ਰ ਮਾਰ ਕੇ ਬਈ ਉਹ ਧਿਆਨ ਦੇ ਕੇ ਉਹਦੇ ਰਸਤੇ ਨੂੰ ਪਕੜੀਏ। ਸਤਿਗੁਰ ਕਿਰਪਾ ਕਰਨ, ਜੀਵਨ ਬਹੁਤ ਵਧੀਆ ਹੈ, ਬਹੁਤ ਵਧੀਆ ਮੌਕਾ ਮਿਲਿਆ ਹੈ। ਹਰ ਇੱਕ ਦਿਨ ਨੂੰ ਪੂਰਾ ਜੀਓ। ਇਹ ਨਾ ਸੋਚੋ ਕਿ ਅਜੇ ਤੇ ਆਹ ਕੰਮ ਕਰ ਲਈਏ। ਜਿਸ ਇੱਕ ਦਿਨ ਇੱਕ ਬੱਚੇ ਨਾਲ ਗੱਲ ਹੋ ਰਹੀ ਸੀ, ਕਈ ਵਾਰ ਇਸ ਤਰ੍ਹਾਂ ਹੁੰਦਾ, ਨਹੀਂ ਹਜੇ ਤਾਂ ਨਾ ਪੜ੍ਹਾਈ ਕਰਨੀ ਹੈ, ਫਿਰ ਵਰਕ ਪਰਮਿਟ ਆਉਣਾ ਹੈ, ਫਿਰ PR, ਤੇ ਫਿਰ ਥੋੜੀ ਜਿਹੀ ਰਾਹਤ। ਮੈਂ ਕਿਹਾ ਰਾਹਤ ਏਦਾਂ ਨਹੀਂ ਮਿਲਦੀ ਹੁੰਦੀ ਇੱਥੇ। ਜਿਹੜੇ PR ਕੀ ਜਿਹੜੇ ਜਿਨ੍ਹਾਂ ਨੇ ਕਈ ਕੁਛ, ਉਹਨਾਂ ਨੂੰ ਪੁੱਛੋ ਰਾਹਤ ਮਿਲ ਗਈ। ਇਹ ਤਾਂ ਬਈ ਜਦੋਂ ਤੁਸੀਂ ਆਪਣੇ ਆਪ ਨੂੰ ਪਹਿਚਾਣ ਲਿਆ, ਉਸੇ ਦਿਨ ਹੀ ਰਾਹਤ ਮਿਲਦੀ, ਉਸੇ ਵੇਲੇ ਹੀ ਮਿਲ ਜਾਂਦੀ ਹੈ। ਠੀਕ ਹੈ ਨਾ। ਇਸ ਲਈ ਉਹਦਾ ਇੰਤਜ਼ਾਰ ਨਾ ਕਰੀਏ ਕਿ ਆਹ ਹੋ ਜਾਵੇ, ਉਹ ਹੋ ਜਾਵੇ, ਫਿਰ ਅਸੀਂ ਜੀਣਾ ਸ਼ੁਰੂ ਕਰਾਂਗੇ, ਫਿਰ ਅਸੀਂ ਥੋੜਾ ਜਿਹਾ ਖੁਸ਼ ਰਹਿਣਾ ਕਰਾਂਗੇ। ਨਹੀਂ, ਜੋ ਵੀ ਕਰਨਾ ਹੈ ਅੱਜ ਤੋਂ ਨਿਯਮ ਬਣਾ ਦਈਏ। ਠੀਕ ਹੈ ਨਾ। ਸਤਿਗੁਰ ਦਇਆ ਕਿਰਪਾ ਕਰਨ, ਟਾਈਮ ਕਾਫੀ ਹੋ ਗਿਆ ਹੈ। ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ, ਸਭ ਨੂੰ ਸਤਿਗੁਰ ਬਲ ਬਖਸ਼ਣ। ਅਸੀਂ ਜੋ ਵੀ ਆਪਣੀਆਂ ਖਾਹਿਸ਼ਾਂ ਨੇ ਉਹ ਵੀ ਸਤਿਗੁਰ ਪੂਰੀਆਂ ਕਰਨ, ਔਰ ਇਹ ਵੀ ਦਇਆ ਕਿਰਪਾ ਕਰਨ ਜਿਸ ਵਾਸਤੇ ਸਾਨੂੰ ਉਹ ਕਹਿੰਦੇ ਨੇ, ਜਿਹੜੇ ਰਸਤੇ ਤੇ ਸਾਨੂੰ ਚਲਾਉਣਾ ਚਾਹੁੰਦੇ ਨੇ, ਜਿਸ ਤਰੀਕੇ ਦਾ ਸਾਡਾ ਜੀਵਨ ਚਾਹੁੰਦੇ ਨੇ, ਉਹ ਵੀ ਸਾਡਾ ਉਸੇ ਤਰ੍ਹਾਂ ਹੀ ਬਣਾ ਦੇਣ। ਰਾਧਾ ਸੁਣ, ਰਾਧਾ ਸੁਣ।